किसान अकेडमी ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਤੁਹਾਨੂੰ ਪਤਾ ਹੈ ਕਿ ਤੁਹਾਡਾ ਸਾਰਾ ਕੰਟੈਂਟ ਸਾਡੇ ਵੱਲੋਂ ਕੰਪਲੀਟ ਹੋ ਚੁੱਕਿਆ ਤੇ ਹੁਣ ਅਸੀਂ ਜੋ ਪ੍ਰੈਕਟਿਸ ਸਟਾਰਟ ਕਰਨ ਜਾ ਰਹੇ ਹਾਂ ਉਹ ਹੈ ਐਮਸੀਕਿਊਜ਼ ਦੀ। ਤਾਂ ਅਸੀਂ ਟੌਪਿਕ ਵਾਈਜ਼ ਕੋਸ਼ਿਸ਼ ਕਰਾਂਗੇ ਕੁਝ ਕਲੈਕਟਿਵ ਵੀ ਕੁਝ ਮਿਕਸਡ ਕੁਐਸਚਨ ਦੀਆਂ ਸੀਰੀਜ਼ ਵੀ ਪ੍ਰੋਵਾਈਡ ਕਰੀਏ। ਅਦਰਵਾਈਜ਼ ਜਿਹੜੇ ਟੌਪਿਕ ਵਾਈਜ਼ ਤੁਹਾਨੂੰ ਕੁਐਸਚਨ ਆ ਉਹ ਸਾਡੇ ਵੱਲੋਂ ਅੱਜ ਤੋਂ ਪ੍ਰੈਕਟਿਸ ਸਟਾਰਟ ਹੋ ਰਹੀ ਹੈ। ਠੀਕ ਹੈ ਜੀ, ਤਾਂ ਅਸੀਂ ਸਟਾਰਟ ਕਰਦੇ ਹਾਂ ਗਰੋਥ ਐਂਡ ਡਿਵੈਲਪਮੈਂਟ ਟੌਪਿਕ ਦੇ ਵਿੱਚੋਂ। ਸਾਡਾ ਫਰਸਟ ਕੁਐਸਚਨ ਆ which following is principle of development। ਵਿਕਾਸ ਦਾ ਸਿਧਾਂਤ ਹੈ। ਵਿਕਾਸ ਦਾ ਸਿਧਾਂਤ ਕਿਹੜਾ ਹੈਗਾ? ਵਿਕਾਸ ਦੀ ਪ੍ਰਕਿਰਿਆ ਅੰਤਰ ਸੰਬੰਧਿਤ ਨਹੀਂ। ਠੀਕ ਹੈ, ਮਤਲਬ ਇਹ ਦੱਸ ਰਹੇ ਆ ਕਿ ਸਾਡੇ ਕੋਲ ਜੋ ਤੁਸੀਂ ਪ੍ਰਿੰਸੀਪਲਸ ਕੀਤੇ ਸੀ, ਤੁਹਾਡੀ ਇਹ ਉਹ ਲਾਸਟ ਵੀਡੀਓ ਸੀਗੀ ਮੇਰੇ ਵੱਲੋਂ ਜਿਹਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਕਿ ਕਿਹੜੇ ਕਿਹੜੇ ਵਿਕਾਸ ਦੇ ਸਿਧਾਂਤ ਨੇ। ਤਾਂ ਆਪਾਂ ਕਿਹਾ ਸੀਗਾ ਕਿ ਵਿਕਾਸ ਦਾ ਸਿਧਾਂਤ ਇਹ ਵੀ ਆ ਕਿ ਸਾਰੇ ਜਿਹੜੇ ਡੋਮੇਨ ਨੇ ਵਿਕਾਸ ਦੇ ਉਹ ਅੰਤਰ ਸੰਬੰਧਿਤ ਆ, ਹਨਾ, ਸਾਰੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ। ਇਹਦਾ ਮਤਲਬ ਇਹ ਬਿਲਕੁਲ ਗਲਤ ਆ। ਇੱਥੇ ਲਿਖਿਆ ਹੋਇਆ ਨਾਟ ਰਿਲੇਟਡ। ਦੂਜੀ ਆਪਸ਼ਨ ਹੈ ਇਟ ਡਜ਼ ਨਾਟ ਪ੍ਰੋਸੀਡ ਐਟ ਦਾ ਸੇਮ ਪੇਸ ਫॉर ਆਲ। ਇਹ ਸਾਰਿਆਂ 'ਚ ਸਮਾਨ ਨਹੀਂ ਵਾਪਰਦੀ। ਇਹ ਬਿਲਕੁਲ ਠੀਕ ਆ ਕਿਉਂਕਿ ਇੰਡੀਵਿਜੂਅਲ ਡਿਫਰੈਂਸਿਸ ਹੁੰਦੇ ਆ ਤੇ ਹਰ ਇੱਕ ਬੱਚੇ ਦੇ ਵਿੱਚ ਜਿਹੜਾ ਵਿਕਾਸ ਹੁੰਦਾ ਉਹ ਡਿਫਰੈਂਟ ਤਰੀਕੇ ਦੇ ਨਾਲ ਨੋਟ ਕੀਤਾ ਜਾਂਦਾ। ਠੀਕ ਹੈ ਜੀ। ਦੈਨ ਆਪਣੇ ਕੋਲ ਹੈ ਇਟ ਇਜ਼ ਆਲਵੇਜ਼ ਲਾਈਨਰ। ਨਹੀਂ, ਇਹ ਕਦੇ ਵੀ ਲਾਈਨਰ ਨਹੀਂ ਹੁੰਦੀ। ਇਹ ਹਮੇਸ਼ਾ ਹੀ ਕੀ ਹੁੰਦੀ ਆ? ਇਸ ਤਰੀਕੇ ਦੀ ਹੁੰਦੀ ਆ, ਸਪਾਈਰਲ। ਠੀਕ ਹੈ, ਸਪਾਈਰਲ ਹੁੰਦੀ ਆ ਤੇ ਇਹ ਕਦੇ ਵੀ ਲਾਈਨਰ ਨਹੀਂ ਹੁੰਦੀ। ਧਿਆਨ ਦੇ ਵਿੱਚ ਰੱਖਿਓ। ਤੇ ਵਿਕਾਸ ਆ ਜਿਹੜਾ ਉਹ ਹਮੇਸ਼ਾ ਹੀ ਕੰਟੀਨਿਊ ਹੁੰਦਾ, ਡਿਸਕੰਟੀਨਿਊ ਨਹੀਂ ਹੁੰਦਾ। ਤੇ ਇਹਦੀ ਸਟੇਟਮੈਂਟ ਗਲਤ ਆ। ਵਿਕਾਸ ਨਿਰੰਤਰ ਆ, ਵਿਕਾਸ ਸਪਾਈਰਲ ਆ। ਠੀਕ ਹੈ, ਤੇ ਵਿਕਾਸ ਆ ਜਿਹੜਾ ਅੰਤਰ ਸੰਬੰਧਿਤ ਆ। ਠੀਕ ਹੈ, ਨਾਲ ਹੀ ਵਿਕਾਸ ਕਦੇ ਵੀ ਦੋ ਜਾਣਿਆਂ ਦੇ ਵਿੱਚ ਬਿਲਕੁਲ ਇੱਕੋ ਜਿਹਾ ਨਹੀਂ ਵਾਪਰਦਾ। ਠੀਕ ਹੈ, ਕਲੀਅਰ। ਅੱਗੇ ਹੈ ਆਪਣੇ ਕੋਲ ਸੈਲਫ ਸੈਂਟਰਡ ਚਾਈਲਡ ਇਜ਼। ਸੈਲਫ ਸੈਂਟਰਡ ਚਾਈਲਡ ਕਿਹੜਾ ਇਹਦੇ ਵਿੱਚੋਂ? ਠੀਕ ਹੈ, ਸੈਲਫ ਸੈਂਟਰਡ ਹੁੰਦਾ ਜਿਹੜਾ ਸਿਰਫ ਆਪਣੀ ਓਪੀਨੀਅਨ ਸਮਝੇ, ਆਪਣੇ ਤੱਕ ਹੀ ਰਵੇ, ਕਿਸੇ ਹੋਰ ਦੂਜੇ ਦਾ ਪੁਆਇੰਟ ਆਫ ਵਿਊ ਨਾ ਸਮਝ ਸਕੇ। ਤਾਂ ਐਂਬੀਵਰਟ ਹੁੰਦਾ, ਕਹਿੰਦੇ ਐਕਸਟਰੋਵਰਟ ਹੁੰਦਾ ਤੇ ਇੰਟਰੋਵਰਟ ਹੁੰਦਾ। ਤਾਂ ਇਹਨਾਂ ਦੇ ਮਤਲਬ ਸਮਝੋ। ਐਕਸਟਰੋਵਰਟ ਹੁੰਦਾ ਜਿਹੜਾ ਕਿਸੇ ਨਾਲ ਬਹੁਤ ਛੇਤੀ ਖੁੱਲ ਜੇ ਨਾ। ਪਰਸਨੈਲਿਟੀਜ਼ ਆ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਕਿ ਕਾਰਲ ਜੁੰਗ ਦੇ ਦੁਆਰਾ ਦਿੱਤੀਆਂ ਗਈਆਂ ਸੀ। ਠੀਕ ਹੈ, ਕਾਰਲ ਜੁੰਗ ਨੇ ਇਹਨਾਂ ਦੇ ਬਾਰੇ ਚ ਮੈਂਸ਼ਨ ਕੀਤਾ ਸੀਗਾ। ਐਕਚੁਅਲੀ ਜੁੰਗ ਨੇ ਇਹ ਆਖਿਆ ਸੀਗਾ ਕਿ ਜਿਹੜਾ ਸ਼ਖਸੀਅਤ ਹੁੰਦੀ ਆ ਹਰ ਇੱਕ ਬੰਦੇ ਦੀ ਉਹ ਬੇਸਿਕਲੀ ਤਿੰਨ ਤਰੀਕੇ ਦੀ ਹੁੰਦੀ ਆ। ਜਾਂ ਤਾਂ ਉਹ ਐਂਬੀਵਰਟ ਹੋਊਗੀ, ਜਾਂ ਉਹ ਐਕਸੋਵਰਟ ਹੋਊਗੀ, ਜਾਂ ਇੰਟਰੋਵਰਟ ਹੋਊਗੀ। ਇੰਟਰੋਵਰਟ ਹੁੰਦਾ ਜਿਹੜਾ ਬੱਚਾ ਸਿਰਫ ਆਪਣੇ ਤੱਕ ਹੀ ਸੀਮਿਤ ਰਵੇ, ਕਿਸੇ ਹੋਰ ਦੂਜੇ ਨਾਲ ਐਡਜਸਟ ਨਾ ਕਰ ਸਕੇ। ਹੁੰਦੇ ਨਾ ਕਈ ਬੱਚੇ ਸਿਰਫ ਆਪਣੇ ਆਪ ਤੱਕ, ਕਿਸੇ ਹੋਰ ਨਾਲ ਬੋਲਣਾ ਵੀ ਪਸੰਦ ਨਹੀਂ ਕਰਦੇ। ਤਾਂ ਸੈਲਫ ਸੈਂਟਰਡ ਬੱਚਾ ਇੰਟਰੋਵਰਟ ਹੋਊਗਾ। ਐਕਸਟਰੋਵਰਟ ਹੁੰਦਾ ਜਿਹੜੇ ਬਹੁਤ ਜ਼ਿਆਦਾ ਛੇਤੀ ਖੁੱਲ ਜਾਂਦੇ ਆ ਕਿਸੇ ਨਾਲ, ਉਹ ਹੁੰਦੇ ਆ ਐਕਸਟਰੋਵਰਟ, ਬਹੁਤ ਜ਼ਿਆਦਾ ਸੋਸ਼ਲ ਹੁੰਦੇ ਆ। ਤੇ ਐਂਬੀਵਰਟ ਹੁੰਦੇ ਆ ਸਾਡੇ ਵਰਗੇ, ਹਨਾ। ਮੈਜੋਰਿਟੀ ਆ ਜਿਹੜੇ ਐਂਬੀਵਰਟ ਹੁੰਦੇ ਆ ਮੱਧਵਰਤੀ ਹੁੰਦੇ ਆ। ਜਦੋਂ ਤਾਂ ਸ਼ੁਰੂਆਤੀ ਦੌਰ ਹੁੰਦਾ ਤਾਂ ਉਹ ਕਿਸੇ ਨਾਲ ਬਹੁਤ ਛੇਤੀ ਖੁੱਲਦੇ ਨਹੀਂ। ਜਦੋਂ ਖੁੱਲ ਜਾਂਦੇ ਆ ਤਾਂ ਫਿਰ ਉਹਨਾਂ ਦੇ ਵਿੱਚ ਇੱਕ ਨਾਰਮਲ ਆ ਜਿਹੜਾ ਇੱਕ ਚੰਗਾ ਐਡਜਸਟਮੈਂਟੇਬਲ ਰਿਲੇਸ਼ਨ ਆ ਜਿਹੜਾ ਉਹ ਹੋਇਆ ਰਹਿੰਦਾ ਐਂਬੀਵਰਟ ਦੇ ਵਿੱਚ। ਠੀਕ ਹੈ, ਤਾਂ ਜਿਹੜਾ ਇੱਥੇ ਸਾਡੇ ਕੋਲ ਆਨਸਰ ਸੀਗਾ ਉਹਦੇ ਅਕੋਰਡਿੰਗ ਆਨਸਰ ਆਪਣਾ ਕੀ ਬਣਦਾ ਹੈਗਾ? ਇੰਟਰੋਵਰਟ ਸੈਲਫ ਸੈਂਟਰਡ ਬੱਚੇ ਨੇ ਜਿਹੜੇ ਉਹ ਕੀ ਹੁੰਦੇ ਹੈਗੇ ਆ? ਇੰਟਰੋਵਰਟ। ਦੈਨ ਆਪਣੇ ਕੋਲ ਨੈਕਸਟ ਕੁਐਸਚਨ ਹੈ ਸੋਸ਼ਲਾਈਜੇਸ਼ਨ ਇਜ਼ ਅ ਪ੍ਰੋਸੈਸ। ਸੋਸ਼ਲਾਈਜੇਸ਼ਨ ਕਿਹੜੀ ਪ੍ਰੋਸੈਸ ਆ? ਠੀਕ ਹੈ, ਸੋਸ਼ਲਾਈਜੇਸ਼ਨ ਸਭ ਤੋਂ ਪਹਿਲਾਂ ਹੁੰਦਾ ਕੀ ਹੈ? ਸੋਸ਼ਲਾਈਜੇਸ਼ਨ ਦਾ ਮਤਲਬ ਹੁੰਦਾ ਸਮਾਜ ਦੇ ਨਿਯਮਾਂ ਦਾ ਅਨੁਕਰਨ ਕਰਨਾ। ਠੀਕ ਹੈ, ਜੋ ਸਮਾਜ ਨੇ ਨਿਯਮ ਬਣਾਏ ਹੋਏ ਆ ਉਹਨਾਂ ਨੂੰ ਕਾਪੀ ਕਰਨਾ, ਉਹਨਾਂ ਦਾ ਅਨੁਕਰਨ ਕਰਨਾ। ਤਾਂ ਤੇ ਆਪਣੇ ਕੋਲ ਹੈ ਸਮਾਜੀਕਰਨ ਦੀ ਪ੍ਰਕਿਰਿਆ ਕੀ ਹੈ? ਐਕਵਾਇਰਿੰਗ ਵੈਲਿਊ, ਬਲੀਫ ਐਂਡ ਐਕਸਪੈਕਟੇਸ਼ਨ। ਬਿਲਕੁਲ ਸਹੀ। ਸਮਾਜ ਦੀਆਂ ਕੁਝ ਨਿਯਮ ਨੇ, ਕੁਝ ਬਿਲੀਫ ਨੇ, ਕੁਝ ਆਸ਼ਾਵਾਂ ਨੇ, ਉਹਨਾਂ ਨੂੰ ਕਾਪੀ ਕਰਨਾ, ਜੈਸੇ ਕਿ ਉਹਨਾਂ ਨੂੰ ਗ੍ਰਹਿਣ ਕਰਨਾ ਹੀ ਕੀ ਹੁੰਦਾ? ਸੋਸ਼ਲਾਈਜੇਸ਼ਨ। ਸੋਸ਼ਲਾਈਜੇਸ਼ਨ ਵਿਦ ਫਰੈਂਡਸ, ਦੋਸਤਾਂ ਦੇ ਨਾਲ ਸੰਬੰਧ ਕ੍ਰੀਏਟ ਕਰਨਾ। ਸਿਮੂਲੇਸ਼ਨ ਤੇ ਐਕੋਮੋਡੇਸ਼ਨ। ਸਿਮੂਲੇਸ਼ਨ ਕੀ ਸੀਗਾ? ਪਿਆਜੇ ਨੇ ਕਿਹਾ ਸੀਗਾ ਨਾ, ਪਿਆਜੇ ਦੀਆਂ ਟਰਮਸ ਨੇ। ਪਿਆਜੇ ਨੇ ਕਿਹਾ ਸੀ ਜਦੋਂ ਪੁਰਾਣੀ ਇਨਫੋਰਮੇਸ਼ਨ ਦੇ ਵਿੱਚ ਨਵੀਂ ਇਨਫੋਰਮੇਸ਼ਨ ਐਡ ਕਰਦੇ ਆ ਸਿਮੂਲੇਸ਼ਨ ਆ। ਜਦੋਂ ਨਵੀਂ ਇਨਫੋਰਮੇਸ਼ਨ ਦਾ ਸਕੀਮਾ ਕ੍ਰੀਏਟ ਕਰ ਲਿਆ ਜਾਂਦਾ ਤਾਂ ਉਹ ਕੀ ਹੁੰਦਾ? ਐਕੋਮੋਡੇਸ਼ਨ। ਠੀਕ ਹੈ, ਲਰਨਿੰਗ ਟੂ ਦਾ ਕ੍ਰਿਟੀਕ ਆਫ ਦਾ ਕਲਚਰ ਆਫ ਸੋਸਾਇਟੀ। ਇਹ ਵੀ ਕ੍ਰਿਟਿਕਸ ਨਹੀਂ ਹੁੰਦੇ ਸੀ, ਮਤਲਬ ਡਾਇਰੈਕਟਲੀ ਉਹਨਾਂ ਨੂੰ ਫੋਲੋ ਕਰਦੇ ਆ ਸਮਾਜ ਦੇ ਨਿਯਮਾਂ ਨੂੰ। ਕ੍ਰਿਟਿਕ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਤਾਂ ਜਿਹੜੀ ਸਾਡੇ ਕੋਲ ਪੂਰੀ ਇੱਕ ਪਰਫੈਕਟ ਆਨਸਰ ਹੈਗਾ ਉਹ ਹੈਗਾ ਐਕਵਾਇਰਿੰਗ ਵੈਲਿਊਜ਼। ਦੈਨ ਹੈਗਾ ਅਕੋਰਡਿੰਗ ਟੂ ਪਿਆਜੇ ਵਿਚ ਆਫ ਫੋਲੋਇੰਗ ਫੈਕਟਰ ਪਲੇ ਐਨ ਇੰਪੋਰਟੈਂਟ ਰੋਲ ਇਨ ਇਨਫਲੂਐਂਸਿੰਗ ਡਿਵੈਲਪਮੈਂਟ। ਪਿਆਜੇ ਅਨੁਸਾਰ ਕਿਹੜਾ ਕਾਰਕ ਸਭ ਤੋਂ ਵੱਧ ਵਿਕਾਸ ਕਰਦਾ? ਠੀਕ ਹੈ, ਐਕਸਪੈਰੀਮੈਂਟ ਵਿਦ ਫਿਜ਼ੀਕਲ ਵਰਡ। ਠੀਕ ਹੈ, ਐਕਸਪੀਰੀਅੰਸ ਵਿਦ ਫਿਜ਼ੀਕਲ ਵਰਡ। ਬਿਲਕੁਲ ਸਹੀ, ਕਿਉਂਕਿ ਪਿਆਜੇ ਨੇ ਕੀ ਕਿਹਾ ਸੀਗਾ ਕਿ ਬੱਚਾ ਨਕਲ ਦੇ ਰਾਹੀਂ ਨਹੀਂ ਸਿੱਖਦਾ, ਬੱਚਾ ਅਨੁਭਵਾਂ ਦੇ ਰਾਹੀਂ ਸਿੱਖਦਾ। ਤੇ ਅਨੁਭਵ ਕਿਹਦੇ ਨਾਲ ਕਰਦਾ? ਸਮਾਜ ਦੇ ਨਾਲ। ਕਾਹਦੇ ਰਾਹੀਂ ਕਰਦਾ? ਆਪਣੀਆਂ ਗਿਆਨ ਇੰਦਰੀਆਂ ਦੇ ਰਾਹੀਂ ਤੇ ਗਤੀ ਚਾਲਕ ਗਤੀਵਿਧੀਆਂ ਦੇ ਰਾਹੀਂ। ਠੀਕ ਹੈ ਜੀ। ਇਮੀਟੇਸ਼ਨ ਸ਼ਬਦ ਦਾ ਡਾਇਰੈਕਟਲੀ ਸੰਬੰਧ ਹੈਗਾ ਬੰਡੂਰਾ ਦੇ ਨਾਲ। ਰੀਇਨਫੋਰਸਮੈਂਟ ਦਾ ਸਿੱਧਾ ਸੰਬੰਧ ਕਿਹਦੇ ਨਾਲ ਹੈਗਾ ਜੀ?
ਰੀਇਨਫੋਰਸਮੈਂਟ ਦੀ ਟਰਮ ਕਿਹਦੇ ਨਾਲ ਸੰਬੰਧਿਤ ਹੈਗੀ ਆ, ਰੀਇਨਫੋਰਸਮੈਂਟ ਥਿਊਰੀ ਆਫ ਸਕਿਨਰ। ਠੀਕ ਹੈ, ਤੁਹਾਨੂੰ ਯਾਦ ਹੋਊਗਾ ਸਕਿਨਰ ਨੇ ਪਰੇਂਟ ਕੰਡੀਸ਼ਨਿੰਗ ਥਿਊਰੀ ਦਿੱਤੀ ਸੀ, ਉਹਦੇ ਵਿੱਚ ਰੀਇਨਫੋਰਸਮੈਂਟ ਦਾ ਜ਼ਿਕਰ ਉਹਨੇ ਕੀਤਾ ਸੀਗਾ ਕਿ ਇੱਕ ਬੱਚਾ ਵਿਕਾਸ ਕਿਹਦੇ ਰਾਹੀਂ ਕਰਦਾ ਹੈਗਾ, ਰੀਇਨਫੋਰਸਮੈਂਟ ਦੇ ਰਾਹੀਂ। ਨੈਕਸਟ ਕੁਐਸਚਨ ਆਪਣੇ ਕੋਲ, ਇਨ ਦਾ ਕਨਸੈਪਟ ਆਫ ਪ੍ਰਾਈਵੇਟ ਸਪੀਚ of children as proposed by Vygotsky ਨੇ ਜੋ ਪ੍ਰਾਈਵੇਟ ਸਪੀਚ ਦਾ ਕਨਸੈਪਟ ਦਿੱਤਾ ਬੱਚੇ ਦੇ ਲਈ ਹੈ ਨਾ, ਤਾਂ ਉਹਦਾ ਮਤਲਬ ਕੀ ਆ, ਉਸ ਨਿੱਜੀ ਵਾਕ ਦਾ ਜਾਂ ਅਸੀਂ ਕਹੀਏ ਜੋ ਪ੍ਰਾਈਵੇਟ ਸਪੀਚ ਆ ਉਹਦਾ ਮਤਲਬ Vygotsky ਦੇ ਅਨੁਸਾਰ ਕੀ ਆ, ਸ਼ੋ ਦਾ ਚਿਲਡਰਨ ਲਵ ਥੈਮਸੈਲਫ। ਕਹਿੰਦੇ ਇਹ ਸ਼ੋ ਕਰਦਾ ਕਿ ਬੱਚਾ ਜਿਹੜਾ ਹੈਗਾ ਉਹ ਮਤਲਬ ਖੁਦ ਆਪਦੇ ਆਪ ਨੂੰ ਪਿਆਰ ਕਰਦਾ, ਹਨਾ, ਦਰਸਾਉਂਦਾ ਕਿ ਬੱਚਾ ਖੁਦ ਨੂੰ ਪਿਆਰ ਕਰਦਾ, ਪ੍ਰਾਈਵੇਟ ਸਪੀਚ ਦਾ ਮਤਲਬ। ਦੂਜਾ, ਇਲਸਟ੍ਰੇਟ ਦੈਟ ਚਿਲਡਰਨ ਯੂਜ਼ ਸਪੀਚ ਟੂ ਗਾਈਡ देयर ਓਨ ਐਕਸ਼ਨ। ਇਹ ਸਪੀਚ ਹੈ ਜਿਹੜੀ ਬੱਚੇ ਦੀ ਆਪਦੇ ਹੀ ਐਕਸ਼ਨਸ ਨੂੰ ਗਾਈਡ ਕਰਨ ਦੇ ਵਿੱਚ ਹੈਲਪ ਕਰਦੀ ਆ, ਆਪਦੇ ਆਪ ਨੂੰ ਡਾਇਰੈਕਟ ਕਰਨ ਦੇ ਵਿੱਚ ਹੈਲਪ ਕਰਦੀ ਆ। ਇਹ ਮੈਂ ਤੁਹਾਨੂੰ ਬਹੁਤ ਵਾਰ ਕਰਵਾ ਚੁੱਕੀ ਆ ਕਿ ਜਿਹੜੀ ਸਾਡੀ ਇਹ ਸਪੀਚ ਹੁੰਦੀ ਆ ਨਾ, ਜਿਹੜੀ ਬੱਚਾ ਸ਼ੁਰੂ ਦੇ ਵਿੱਚ ਆਪਣੇ ਆਪ ਨਾਲ, ਨਿੱਜੀ ਸਪੀਚ ਕੀ ਆ ਜਾਂ ਪ੍ਰਾਈਵੇਟ ਸਪੀਚ ਕੀ ਆ, ਜਦੋਂ ਬੱਚਾ ਆਪਣੇ ਆਪ ਨਾਲ ਗੱਲ ਕਰਦਾ, ਕਾਹਦੇ ਲਈ ਕਰਦਾ ਹੈਗਾ, ਕਿਉਂ ਇਹ ਗੱਲਬਾਤ ਕੀਤੀ ਜਾਂਦੀ ਹੈ, ਤਾਂ ਕਿ ਉਹ ਆਪਦੀਆਂ ਗਤੀਵਿਧੀਆਂ ਨੂੰ ਖੁਦ ਡਾਇਰੈਕਟ ਕਰ ਸਕੇ। ਅਸੀਂ ਵੀ ਜਦੋਂ ਨਾ ਆਪਦੇ ਅੰਦਰ ਕੋਈ ਡਿਸੀਜਨ ਲੈਣਾ ਹੁੰਦਾ, ਅਸੀਂ ਵੀ ਆਪਣੇ ਆਪ ਨਾਲ ਗੱਲਬਾਤ ਕਰਦੇ ਆ, ਤਾਂ ਇਹਦਾ ਮਤਲਬ ਕੀ ਹੈ ਕਿ ਇਹ ਸਾਡੇ ਜਿਹੜੇ ਡਿਸੀਜਨਸ ਨੇ ਉਹਨਾਂ ਨੂੰ ਲੈਣ ਦੇ ਵਿੱਚ ਹੈਲਪ ਕਰਦੀ ਹੈ। ਠੀਕ ਹੈ, ਦੈਨ ਆਪਣੇ ਕੋਲ ਆਨਸਰ ਹੈ, ਦੈਨ ਕੁਐਸਚਨ ਆਪਣੇ ਕੋਲ ਕਿ ਸਾਊਂਡ TH PH CH, ਠੀਕ ਹੈ, ਜਿਵੇਂ ਅਸੀਂ ਪੰਜਾਬੀ ਦੇ ਵਿੱਚ ਆਖੀਏ ਚ ਪ ਚ, ਠੀਕ ਹੈ, ਕੋਈ ਵੀ ਚੱਚਾ ਛੱਛਾ ਜੱਜਾ ਝੱਜਾ, ਠੀਕ ਹੈ, ਤਾਂ ਕਹਿੰਦੇ ਇਹ ਕੀ ਨੇ, ਇਹ ਮੋਰਫੀਮ ਨੇ, ਫੋਨੀਮ ਨੇ, ਲੈਕਸੀਮ ਨੇ ਜਾਂ ਗ੍ਰਾਫੀਮ ਨੇ, ਤਾਂ ਇਹ ਸਾਡੇ ਕੋਲ ਕੀ ਨੇ, ਫੋਨੀਮ। ਇਹ ਧੁਨੀਆਂ ਨੇ, ਮੈਂ ਤੁਹਾਨੂੰ ਕਰਵਾ ਚੁੱਕੀ ਆ। ਮੋਰਫੀਮ ਕੀ ਹੁੰਦਾ, ਸਮੋਲੈਸਟ ਯੂਨਿਟ ਆਫ ਮੀਨਿੰਗ, ਤੇ ਫੋਨੀਮ ਕੀ ਹੁੰਦਾ, ਸਮੋਲੈਸਟ ਯੂਨਿਟ ਆਫ ਲੈਂਗੁਏਜ, ਭਾਸ਼ਾ ਦੀ ਸਭ ਤੋਂ ਛੋਟੀ ਇਕਾਈ। ਦ ਸਟੇਜ ਆਫ ਡਿਵੈਲਪਮੈਂਟ ਨੋਨ ਐਜ਼ 골ਡਨ ਏਜ, 골ਡਨ ਏਜ, ਵਿਕਾਸ ਦੀ 골ਡਨ ਏਜ ਕਿਹਨੂੰ ਆਖਿਆ ਜਾਂਦਾ ਹੈਗਾ, ਚਾਈਲਡਹੁੱਡ ਨੂੰ, ਕਿਉਂਕਿ ਐਜੂਕੇਸ਼ਨਲ ਪੱਖ ਤੋਂ ਇਹ ਬੜੀ ਇੰਪੋਰਟੈਂਟ ਆ। ਬੱਚਾ ਅਕਾਦਮਿਕ ਪੱਖ ਦਾ ਆਧਾਰ ਇੱਥੇ ਤਿਆਰ ਕਰ ਸਕਦਾ, ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਨਾਲ ਰਿਲੇਟਡ ਆ। ਠੀਕ ਹੈ, ਇਹਨੂੰ 골ਡਨ ਏਜ ਆਖਿਆ ਜਾਂਦਾ, ਜਿਸ ਚ ਬੱਚਾ ਆਪਦੀ ਲੈਂਗੁਏਜ ਨੂੰ ਬਹੁਤ ਤੇਜ਼ੀ ਦੇ ਨਾਲ, ਸਪੀਡ ਦੇ ਨਾਲ ਗੇਨ ਕਰਦਾ। ਠੀਕ ਹੈ ਜੀ, ਤਾਂ ਇਹਨਾਂ ਕਾਰਨਾਂ ਦੇ ਕਰਕੇ ਇਹ ਬੜਾ ਹੀ ਇੰਪੋਰਟੈਂਟ ਹੈ। ਠੀਕ ਹੈ, ਦੈਨ ਹੈ ਆਪਣੇ ਕੋਲ ਰੋਹਿਤ ਰਿਟਰਨ ਦਾ ਪੈਨਸਲ ਹੀ ਫਰੋਮ ਅਜੇ's ਡੈਸਕ, ਹੀ ਗॉट ਫਰੋਮ ਅਜੇ's ਡੈਸਕ। ਠੀਕ ਹੈ, ਉਹਨੇ ਅਜੇ ਦੇ ਡੈਸਕ ਤੋਂ ਇੱਕ ਬੱਚੇ ਰੋਹਿਤ ਨੇ ਪੈਨਸਲ ਫੜੀ, ਤੇ ਪਰ ਉਹ ਪੈਨਸਲ ਸੀਗੀ ਜਿਹੜੀ ਉਹਨੇ ਵਾਪਸ ਰੱਖਤੀ। ਠੀਕ ਹੈ, ਵਾਪਸ ਕਿਉਂ ਰੱਖੀ, ਕਿਉਂਕਿ ਉਹਨੂੰ ਪਨਿਸ਼ਮੈਂਟ ਦਾ ਡਰ ਆ। ਤਾਂ ਇਹ ਕਹਿੰਦੇ ਕੋਲਬਰਗ ਦੇ ਅਨੁਸਾਰ ਕਿਹੜੀ ਅਵਸਥਾ, ਕੋਲਬਰਗ ਨੇ ਜਿਹੜੀ ਥਿਊਰੀ ਦਿੱਤੀ ਸੀ ਉਹ ਥਿਊਰੀ ਕਿਹੜੀ ਸੀ, ਥਿਊਰੀ ਆਫ ਮੋਰਲ ਡਿਵੈਲਪਮੈਂਟ। ਉਹਦੀਆਂ ਉਹਨੇ 3 ਲੈਵਲ ਦਿੱਤੇ ਆ, ਪ੍ਰੀ ਕਨਵੈਨਸ਼ਨਲ, ਪੋਸਟ ਕਨਵੈਨਸ਼ਨਲ ਐਂਡ ਕਨਵੈਨਸ਼ਨਲ। ਠੀਕ ਹੈ, ਇੱਥੇ ਅੱਛਾ ਇੱਥੇ ਇੱਕ ਲਿਖ ਲਿਓ, ਕਨਵੈਨਸ਼ਨਲ ਸਟੇਜ ਹੁੰਦੀ ਆ, ਇੱਥੇ ਮੈਂਸ਼ਨ ਹੀ ਨਹੀਂ ਕੀਤੀ ਹੋਈ ਆਪਸ਼ਨਸ ਦੇ ਵਿੱਚ। ਠੀਕ ਹੈ, ਸਿੰਪਲ ਕਨਵੈਨਸ਼ਨਲ ਸਟੇਜ। ਜਿਹੜੀ ਪ੍ਰੀ ਕਨਵੈਨਸ਼ਨਲ ਹੁੰਦੀ ਆ, ਉਹਦੇ ਚ ਕੀ ਹੁੰਦਾ, ਬੱਚੇ ਨੂੰ ਬਿਲਕੁਲ ਵੀ ਪ੍ਰੋਪਰ ਮੋਰਲਿਟੀ ਦਾ ਪਤਾ ਨਹੀਂ ਹੁੰਦਾ, ਉਹਦੀ ਮੋਰਲਿਟੀ ਸਿਰਫ ਸਜ਼ਾ ਦੇ ਡਰ ਤੇ ਹੋਊਗੀ, ਆਪਦੇ ਇੰਟਰਸਟ ਤੇ ਆਧਾਰਿਤ ਹੋਊਗੀ, ਬਸ ਇਸ ਤੋਂ ਜ਼ਿਆਦਾ ਉਸ ਬੱਚੇ ਦੀ ਕੋਈ ਮੋਰਲਿਟੀ ਨਹੀਂ ਹੈਗੀ ਅਕੋਰਡਿੰਗ ਟੂ ਕੋਲਬਰਗ। ਠੀਕ ਹੈ ਜੀ, ਤਾਂ ਜਿਹੜੀ ਇਹਨੇ ਗੱਲ ਕੀਤੀ ਹੈਗੀ ਆ ਉਹ ਕਿਹਦੇ ਨਾਲ ਸੰਬੰਧਿਤ ਹੈਗੀ ਆ, ਪਹਿਲੀ ਸਟੇਜ ਦੇ ਨਾਲ। ਅਸਲ ਦੇ ਵਿੱਚ ਬੱਚਾ ਜਿਹੜੀ ਪਹਿਲੀ ਪ੍ਰੀ ਕਨਵੈਨਸ਼ਨਲ ਆ, ਪਹਿਲਾ ਲੈਵਲ ਆ, ਉਹ ਚ 2 ਸਟੇਜਾਂ ਨੇ। ਪਹਿਲੀ ਸਟੇਜ ਕਿਹੜੀ ਹੈਗੀ ਆ, ਪਨਿਸ਼ਮੈਂਟ, ਓਬੀਡੈਂਸ, ਓਰੀਐਂਟੇਸ਼ਨ, ਹਨਾ, ਕਿ ਬੱਚਾ ਸਜ਼ਾ ਦੇ ਡਰ ਤੋਂ ਹੀ ਕੋਈ ਕਿਸੇ ਚੀਜ਼ ਨੂੰ ਜਾਂ ਅਸੀਂ ਕਹੀਏ ਕਿਸੇ ਮੋਰਲ ਨੂੰ ਮੰਨਦਾ, ਉਹਦੀ ਨੈਤਿਕਤਾ ਦਾ ਆਧਾਰ ਸਜ਼ਾ ਹੁੰਦੀ ਹੈ। ਦੂਜੀ ਇਹਦੇ ਚ ਸਟੇਜ ਸੀਗੀ ਪ੍ਰੀ ਕਨਵੈਨਸ਼ਨਲ ਦੇ ਵਿੱਚ ਹੀ, ਦੂਜੀ ਸਟੇਜ ਕਿਹੜੀ ਸੀ, ਸੈਲਫ ਰਿਵਾਰਡ, ਉਹ ਆਪਦੇ ਆਪ ਨੂੰ ਖੁਸ਼ੀ ਦੇਣ ਦੇ ਲਈ ਨੈਤਿਕਤਾ ਨੂੰ ਮੰਨਦਾ। ਉਸ ਤੋਂ ਬਾਅਦ ਕਨਵੈਨਸ਼ਨਲ ਲੈਵਲ ਆ, ਕਨਵੈਨਸ਼ਨਲ ਲੈਵਲ ਦੂਜਾ ਲੈਵਲ ਆ, ਜਿਸ ਚ 2 ਸਟੇਜਾਂ ਨੇ। ਤੀਜੀ ਸਟੇਜ ਅਸੀਂ ਆਖਾਂਗੇ ਇਹਦੇ ਚ ਤੀਜੀ ਅਵਸਥਾ ਜਿਹੜੀ ਹੈਗੀ ਹੈ, ਤੁਹਾਨੂੰ ਪ੍ਰੋਪਰ ਥਿਊਰੀ ਕਰਾਈ ਜਾ ਚੁੱਕੀ ਆ ਨਾ। ਤਾਂ ਦੂਜੀ ਦੇ ਵਿੱਚ ਕੀ ਸੀ, ਗੁੱਡ ਬॉय ਐਂਡ ਗੁੱਡ ਗਰਲ, ਮਤਲਬ ਕਿ ਤੀਜੀ ਸਟੇਜ ਗੁੱਡ ਬॉय ਐਂਡ ਗੁੱਡ ਗਰਲ ਵਾਲੀ। ਠੀਕ ਹੈ, ਪਰ ਤੁਹਾਡੇ ਲਈ ਜਿਹੜੀ ਇੱਥੇ ਆਨਸਰ ਪੁੱਛਿਆ ਗਿਆ ਉਹ ਕਿਹਦੇ ਨਾਲ ਸੰਬੰਧਿਤ ਹੈ, ਪ੍ਰੀ ਕਨਵੈਨਸ਼ਨਲ ਸਟੇਜ ਦੇ ਨਾਲ, ਲੈਵਲ ਦੇ ਨਾਲ। ਇਨ ਵਾਈਗੋਸਕੀ ਥਿਊਰੀ ਦਾ ਐਸਪੈਕਟ ਆਫ ਡਿਵੈਲਪਮੈਂਟ ਗੈਟ ਨੈਗਲੈਕਟਡ। ਵਾਈਗੋਸਕੀ ਦੀ ਥਿਊਰੀ ਦੇ ਵਿੱਚ ਕਿਹਨੂੰ ਨੈਗਲੈਕਟ ਕੀਤਾ ਗਿਆ, ਕਿਹਨੂੰ ਇਗਨੋਰ ਕੀਤਾ ਗਿਆ। ਵਾਈਗੋਸਕੀ ਦੀ ਥਿਊਰੀ ਵਿੱਚ ਸਮਾਜ ਨੂੰ ਸ਼ਾਮਲ ਕੀਤਾ, ਬਿਲਕੁਲ। ਕਲਚਰ, ਸੱਭਿਆਚਾਰ ਨੂੰ ਸ਼ਾਮਲ ਕੀਤਾ, ਬਿਲਕੁਲ। ਲਿੰਗੁਇਸਟਿਕ, ਉਹਨੇ ਭਾਸ਼ਾ ਨੂੰ ਸਿੱਖਣ ਦਾ ਸਮਾਜਿਕ ਵਿਕਾਸ ਦਾ ਆਧਾਰ ਦੱਸਿਆ, ਬਿਲਕੁਲ ਠੀਕ। ਉਹਨੇ ਬਾਇਓਲੋਜੀਕਲ ਟਰਮ ਨਹੀਂ ਯੂਜ਼ ਕੀਤੀ, ਉਹਨੇ ਸਾਰੀ ਥਿਊਰੀ ਕਿਹਦੇ ਆਧਾਰ ਤੇ ਦਿੱਤੀ ਹੈ ਕਿ ਬੱਚਾ ਸਮਾਜ ਤੋਂ ਸਿੱਖਦਾ। ਉਹਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਬੱਚੇ ਦੇ ਵਿੱਚ ਇਹ ਸਿੱਖਣਾ ਜਨਮਜਾਤ ਆ ਜਾਂ ਐਨੀਥਿੰਗ, ਇਹੋ ਜੀ ਕੋਈ ਵੀ ਟਰਮ ਉਹਨੇ ਆਪਣੀ ਥਿਊਰੀ ਦੇ ਵਿੱਚ ਯੂਜ਼ ਨਹੀਂ ਕੀਤੀ। ਠੀਕ ਹੈ, ਦੈਨ ਆਪਣੇ ਕੋਲ ਕੁਐਸਚਨ ਹੈ 10, ਫਿਟਿੰਗ ਨਿਊ ਇਨਫੋਰਮੇਸ਼ਨ ਇਨਟੂ ਐਗਜ਼ਿਸਟਿੰਗ ਸਕੀਮਾ। ਠੀਕ ਹੈ,
ਐਗਜ਼ਿਸਟਿੰਗ ਸਕੀਮਾਂ ਦੇ ਵਿੱਚ, ਮਤਲਬ ਜੋ ਤੁਹਾਡੇ ਕੋਲ ਸਕੀਮਾਂ ਕੀ ਹੁੰਦਾ, ਜਿਹਦੇ ਚ ਕਲਾਸੀਫਾਈ ਕਰਕੇ ਬੱਚਾ ਆਪਦੀ ਨੌਲੇਜ ਨੂੰ, ਸਾਰੇ ਗਿਆਨ ਨੂੰ ਰੱਖਦਾ, ਠੀਕ ਹੈ। ਸਕੂਲ ਦੀ ਨੌਲੇਜ ਦਾ ਇੱਕ ਡੱਬਾ, ਘਰ ਦੀ ਨੌਲੇਜ ਦਾ ਇੱਕ ਡੱਬਾ, ਠੀਕ ਹੈ, ਦੋਸਤ ਕਿੰਨੇ ਨੇ ਉਹਦਾ ਇੱਕ ਡੱਬਾ, ਤਾਂ ਉਹ ਕਲਾਸੀਫਾਈ ਕਰਕੇ ਰੱਖਦਾ ਆਪਦੀ ਪੂਰੀ ਇਨਫੋਰਮੇਸ਼ਨ ਨੂੰ। ਤੇ ਉਸ ਇਨਫੋਰਮੇਸ਼ਨ ਦੇ ਵਿੱਚ ਹੀ ਜਦੋਂ ਉਹ ਕੋਈ ਨਵੀਂ ਚੀਜ਼ ਸਿੱਖ ਰਿਹਾ ਹੁੰਦਾ, ਜੇਕਰ ਉਹਦੀ ਉਹ ਇਨਫੋਰਮੇਸ਼ਨ ਜੋ ਨਵੀਂ ਸਿੱਖ ਰਿਹਾ ਪੁਰਾਣੀ ਜੋ ਸਕੀਮਾ ਹੈ ਉਹਦੇ ਨਾਲ ਮੇਲ ਖਾਂਦੀ ਹੈ, ਤਾਂ ਉਹਦੇ ਵਿੱਚ ਹੀ ਉਹਨੂੰ ਉਹ ਸਮਾ ਦਿੰਦਾ, ਜਿਹਨੂੰ ਆਖਦੇ ਹੈਗੇ ਆ ਅਸੀਮੀਲੇਸ਼ਨ, ਠੀਕ ਹੈ। ਜੇ ਉਹਦੀ ਜੋ ਨਵਾਂ ਸਿੱਖ ਰਿਹਾ ਹੈਗਾ ਉਹਦੇ ਨਾਲ ਰਿਲੇਟਡ ਉਹਨੂੰ ਸਕੀਮਾ ਨਹੀਂ ਮਿਲਦਾ, ਉਹਦੇ ਕੋਲ ਉਹਦੀ ਪਹਿਲਾਂ ਨੌਲੇਜ ਨਹੀਂ ਹੈਗੀ, ਫਿਰ ਉਹ ਨਵਾਂ ਸਕੀਮਾ ਕ੍ਰੀਏਟ ਕਰੂਗਾ, ਉਹਨੂੰ ਕਹਿੰਦੇ ਹੈਗੇ ਆ ਕੈਮੋਡੇਸ਼ਨ। ਤੇ ਇਹਨਾਂ ਦੋਨਾਂ ਦੇ ਵਿੱਚ, ਕੈਮੋਡੇਸ਼ਨ ਤੇ ਸਿਮੂਲੇਸ਼ਨ ਦੇ ਵਿੱਚ ਰਿਲੇਸ਼ਨ ਕ੍ਰੀਏਟ ਕਰਨਾ, ਸੰਤੁਲਨ ਕ੍ਰੀਏਟ ਕਰਨਾ ਕੀ ਹੁੰਦਾ, ਇਕੁਇਲਿਬ੍ਰੇਸ਼ਨ, ਠੀਕ ਹੈ। ਇਨ ਕੰਸਟਰਕਟਿਵਿਜ਼ਮ, ਕੰਸਟਰਕਟਿਵਿਜ਼ਮ ਕਿਹਦਾ ਸਕੂਲ ਹੈਗਾ, ਜਿਵੇਂ ਅਸੀਂ ਕਹੀਏ ਪਿਆਜੇ ਹੋ ਗਿਆ ਹਨਾ, ਪਿਆਜੇ ਆ, ਵਾਗੋਸਕੀ ਆ, ਬਰੂਨਰ ਆ, ਕੋਲਬਰਗ ਆ, ਸਾਰੇ ਕੰਸਟਰਕਟਿਵਿਸਟ ਆ। ਇਹ ਆਖਦੇ ਆ ਕਿ ਬੱਚਾ ਆਪਦੇ ਗਿਆਨ ਦੀ ਉਸਾਰੀ ਖੁਦ ਕਰੂਗਾ। ਤਾਂ ਇੱਥੇ ਆਪਣੇ ਤੋਂ ਪੁੱਛਿਆ ਗਿਆ ਕਿ ਕਿਹੜਾ ਇਹਦੇ ਵਿੱਚੋਂ ਜਿਹੜੇ ਸਿਰਜਣਾਤਮਕਵਾਦੀ ਨੇ ਜਾਂ ਨਿਰਮਾਣਕਾਰਾਤਮਕਵਾਦੀ ਨੇ ਜਾਂ ਕੰਸਟਰਕਟਿਵਿਸਟ ਨੇ, ਠੀਕ ਹੈ, ਉਹਨਾਂ ਦੇ ਬਾਰੇ ਚ ਕਿਹੜੀ ਟਰਮ ਸਹੀ ਹੈ। ਚਿਲਡਰਨ ਪਾਰਟਿਸਿਪੇਟ ਇਨ ਦਾ ਪ੍ਰੋਸੈਸ ਆਫ ਲਰਨਿੰਗ ਪੈਸਿਵਲੀ, ਕਹਿੰਦੇ ਇਹਦੇ ਚ ਬੱਚਾ ਪੈਸਿਵਲੀ ਲਰਨ ਕਰਦਾ, ਅਕਿਰਿਆਸ਼ੀਲ ਤੌਰ ਤੇ, ਬਿਲਕੁਲ ਗਲਤ ਆ, ਕਿਉਂਕਿ ਕੰਸਟਰਕਟਿਵਿਜ਼ਮ ਇਹ ਮੰਨਦਾ ਕਿ ਬੱਚਾ ਐਕਟਿਵਲੀ ਪਾਰਟਿਸਿਪੇਟ ਕਰਦਾ ਲਰਨਿੰਗ ਦੇ ਵਿੱਚ ਤੇ ਆਪਦੇ ਗਿਆਨ ਦੀ ਉਸਾਰੀ ਉਹ ਖੁਦ ਕਰਦਾ। ਐਜੂਕੇਸ਼ਨ ਇਜ਼ ਅ ਟੀਚਰ ਸੈਂਟਰ, ਬਿਲਕੁਲ ਗਲਤ ਆ। ਇਹਨਾਂ ਦੇ ਅਕੋਰਡਿੰਗ ਬੱਚਾ ਬਹੁਤ ਇੰਪੋਰਟੈਂਟ ਆ ਕਿਉਂਕਿ ਉਹ ਐਕਟਿਵ ਆ, ਠੀਕ ਹੈ। ਇਸ ਕਰਕੇ ਇੱਥੇ ਜਿਹੜਾ ਆਨਸਰ ਹੈਗਾ ਕੀ ਹੈ, ਚਾਈਲਡ ਸੈਂਟਰ ਐਜੂਕੇਸ਼ਨ। ਤਾਂ ਇਹ ਚਾਈਲਡ ਸੈਂਟਰ ਐਜੂਕੇਸ਼ਨ ਦੇ ਨਾਲ ਰਿਲੇਟਡ ਆ, ਕਿਉਂਕਿ ਇਹਨਾਂ ਦੇ ਅਕੋਰਡਿੰਗ ਕੀ ਆ, ਬੱਚਾ ਐਕਟਿਵ ਆ, ਆਪਦੇ ਗਿਆਨ ਦੀ ਉਸਾਰੀ ਖੁਦ ਕਰੂਗਾ। ਉਹਨੂੰ ਸਿਰਫ ਜੇ ਕਿਸੇ ਥਿਊਰੀ ਦੇ ਅਕੋਰਡਿੰਗ ਉਹਨੂੰ ਇਹਨਾਂ ਦੇ ਵਿੱਚੋਂ ਜੇ ਮੰਨ ਵੀ ਲਈਏ ਕਿ ਵਾਈਗੋਸਕੀ ਵੀ ਹੈ, ਜਿਹਨੇ ਇਹ ਕਿਹਾ ਕਿ ਉਹਨੂੰ ਗਾਈਡੈਂਸ ਦੀ ਲੋੜ ਆ, ਸਕੈਫੋਲਡਿੰਗ ਦੀ ਲੋੜ ਆ, ਤਾਂ ਉਹ ਵੀ ਸਿਰਫ ਇੱਕ ਗਾਈਡੈਂਸ ਆ। ਇਹਦਾ ਮਤਲਬ ਇਹ ਨਹੀਂ ਆ ਕਿ ਬੱਚੇ ਨੂੰ ਕੁਝ ਵੀ ਨਹੀਂ ਆਉਂਦਾ, ਠੀਕ ਹੈ। ਬੱਚਾ ਆਪਦੇ ਗਿਆਨ ਦੀ ਉਸਾਰੀ ਇਹਨਾਂ ਦੇ ਅਕੋਰਡਿੰਗ ਖੁਦ ਹੀ ਕਰੂਗਾ। ਦੈਨ ਹੈਗਾ ਵਿਚ ਆਫ ਫੋਲੋਇੰਗ is process in the social observation learning theory। social observation learning theory social learning theory ਦਾ ਹੀ ਦੂਜਾ ਨਾਮ ਆ, ਬੰਡੂਰਾ ਨੇ ਦਿੱਤੀ ਸੀ, ਬੋਬੋਡੋਲ ਦੇ ਉੱਪਰ ਇਹਨੇ ਐਕਸਪੈਰੀਮੈਂਟ ਕੀਤਾ ਸੀ, ਠੀਕ ਹੈ। ਕਹਿੰਦੇ ਇਹਦੇ ਵਿੱਚੋਂ ਕਿਹੜੀ ਚੀਜ਼ ਸ਼ਾਮਲ ਕੀਤੀ ਗਈ ਆ, ਉਹਦੀ ਥਿਊਰੀ ਦੇ ਵਿੱਚ ਉਹਨੇ 4 ਪੜਾਅ ਦੱਸੇ ਆ ਸਿੱਖਣ ਦੇ। 4 ਪੜਾਅ ਕਿਹੜੇ ਨੇ ਜਦੋਂ ਬੱਚਾ ਸਮਾਜਿਕ ਪੱਖ ਤੋਂ ਸਿੱਖਦਾ ਹੁੰਦਾ? ਸਭ ਤੋਂ ਪਹਿਲਾ ਪੜਾਅ ਹੁੰਦਾ ਉਹਦੇ ਅਕੋਰਡਿੰਗ ਅਟੈਂਸ਼ਨ, ਮਤਲਬ ਸਭ ਤੋਂ ਪਹਿਲਾਂ ਕੀ ਹੈ, ਬੱਚਾ ਅਟੈਂਸ਼ਨ ਦਊਗਾ। ਫਿਰ ਕੀ ਹੈ, ਬੱਚਾ ਰਿਟੈਂਸ਼ਨ ਕਰੂਗਾ, ਮਤਲਬ ਜੋ ਉਹਨੇ ਬਿਹੇਵੀਅਰ ਦੇਖਿਆ ਉਹਨੂੰ ਯਾਦ ਰੱਖੂਗਾ, ਠੀਕ ਹੈ। ਫਿਰ ਆ ਪ੍ਰੋਡਕਸ਼ਨ, ਮਤਲਬ ਫਿਰ ਕੀ ਆ, ਬਿਲਕੁਲ ਉਹਦੇ ਵਰਗਾ ਬਿਹੇਵੀਅਰ ਕਰਕੇ ਦਿਖਾਊਗਾ। ਤੇ ਫਿਰ ਮੋਟੀਵੇਸ਼ਨ, ਉਹਨੂੰ ਆ ਜਿਹੜੀ ਇੱਕ ਮੋਟੀਵੇਸ਼ਨ ਆ ਜਾਊਗੀ ਕਿ ਮੈਂ ਸਹੀ ਕੀਤਾ ਜਾਂ ਗਲਤ ਕੀਤਾ, ਜੋ ਵੀ ਉਤਪਾਦਨ ਦਾ ਨਤੀਜਾ ਹੋਊਗਾ। ਤੇ ਇਹਨਾਂ ਵਿੱਚੋਂ ਸਾਡੇ ਕੋਲ ਸਿਰਫ ਇੱਕ ਟਰਮ ਇੱਥੇ ਸ਼ਾਮਲ ਕੀਤੀ ਗਈ ਆ ਆਰ ਵਾਰੀ, ਮਤਲਬ ਰਿਟੈਂਸ਼ਨ, ਠੀਕ ਹੈ। ਤੇ ਇੱਥੇ ਸਾਡੀ ਕੋਲ ਕਿਹੜੀ ਪ੍ਰਕਿਰਿਆ ਹੈਗੀ ਹੈ, ਰਿਟੈਂਸ਼ਨ। ਤੇ ਵਾਈਗੋਸਕੀ ਦੇ ਜਿਹੜਾ ਬੰਡੂਰਾ ਹੈਗਾ ਉਹਦੇ ਅਕੋਰਡਿੰਗ ਮਾਡਲ, ਆਬਜ਼ਰਵੇਸ਼ਨ ਤੇ ਇਮੀਟੇਸ਼ਨ, 3 ਚੀਜ਼ਾਂ ਬੜੀਆਂ ਹੀ ਇੰਪੋਰਟੈਂਟ ਨੇ ਜਿਨ੍ਹਾਂ ਦੇ ਰਾਹੀਂ ਬੱਚਾ ਸਿੱਖਦਾ। ਇਨ ਸਪੀਚ ਸਮੋਲੈਸਟ ਯੂਨਿਟ ਆਫ ਮੀਨਿੰਗ, ਮੈਂ ਕਿਹਾ ਸੀ ਸਭ ਤੋਂ ਛੋਟੀ ਭਾਸ਼ਾ ਦੀ ਯੂਨਿਟ ਕਿਹੜੀ ਹੁੰਦੀ ਆ, ਫੋਨੀਮ, ਠੀਕ ਹੈ। ਪਰ ਸ਼ਬਦ ਦੇ ਪੱਖ ਤੋਂ ਜੇ ਅਸੀਂ ਕਹੀਏ ਅਰਥ ਦੀ ਸਭ ਤੋਂ ਛੋਟੀ ਯੂਨਿਟ ਕਿਹੜੀ ਹੁੰਦੀ ਆ, ਮੋਰਫੀਮ, ਠੀਕ ਹੈ। ਜਿਹਨੂੰ ਤੁਸੀਂ ਅੱਗੇ ਤੋੜ ਨਾ ਸਕਦੇ ਹੋ ਪਰ ਸਭ ਤੋਂ ਛੋਟੀ ਯੂਨਿਟ ਹੋਵੇ, ਉਹਦਾ ਕੋਈ ਮੀਨਿੰਗ ਹੋਵੇ, ਉਹਨੂੰ ਆਖਦੇ ਆ ਮੋਰਫੀਮ। ਅਕੋਰਡਿੰਗ ਟੂ ਡੈਸ਼ ਇਦ ਈਗੋ ਐਂਡ ਸੁਪਰ ਈਗੋ ਆਰ ਦਾ 3 ਕੰਪੋਨੈਂਟ ਆਫ ਪਰਸਨੈਲਿਟੀ, ਕਿਹਦੇ ਅਨੁਸਾਰ ਇਦ ਈਗੋ ਤੇ ਸੁਪਰ ਈਗੋ ਦੀ ਵਰਤੋਂ ਕੀਤੀ ਗਈ ਹੈ? ਤੇ ਕੀਤੀ ਗਈ ਹੈ ਜੀ ਫਰਾਇਡ ਦੇ ਅਕੋਰਡਿੰਗ, ਠੀਕ ਹੈ ਜੀ। ਫਰਾਇਡ ਨੇ ਜਿਹੜੇ ਤਿੰਨੋਂ ਕਨਸੈਪਟ ਯੂਜ਼ ਕੀਤੇ ਸੀਗੇ। ਬੰਡੂਰਾ ਦੀ ਥਿਊਰੀ ਕਿਹੜੀ ਹੈਗੀ ਆ, ਸੋਸ਼ਲ ਲਰਨਿੰਗ ਥਿਊਰੀ। ਜੁੰਗ ਨੇ ਆ, ਜਿਹੜਾ ਮੈਂ ਪਹਿਲਾਂ ਵੀ ਕਿਹਾ, ਜੁੰਗ ਪਹਿਲਾਂ ਤਾਂ ਕਰਾਊਨ ਪ੍ਰਿੰਸ ਆ, ਤੇ ਫਰਾਇਡ ਦਾ ਜੁੰਗ ਵੀ ਤੇ ਆਲਡਰ ਵੀ ਚੇਲਾ। ਜੁੰਗ ਨੇ ਉਹ ਵਾਲੇ ਜਿਹੜੇ ਆਪਾਂ ਪਰਸਨੈਲਿਟੀ ਦੇ ਉੱਪਰ ਕਰਕੇ ਆਏ ਹੈਗੇ ਆ ਕਿ ਐਂਬੀਵਰਟ, ਐਕਸਟਰੋਵਰਟ, ਠੀਕ ਹੈ, ਇੰਟਰੋਵਰਟ, ਇਹ 3 ਸ਼ਖਸੀਅਤ ਦੇ ਜਿਹੜੇ ਹੈਗੇ ਟਾਈਪ, ਸ਼ਖਸੀਅਤ ਦੀਆਂ ਜਾਂ ਪਰਸਨੈਲਿਟੀ ਦੀਆਂ ਟਾਈਪਸ ਉਹਨੇ ਦੱਸੀਆਂ। ਜੇ ਅਸੀਂ ਇਦ ਈਗੋ ਤੇ ਸੁਪਰ ਈਗੋ ਦੀ ਗੱਲ ਕਰਦੇ ਆ ਤਾਂ ਜਿਹੜਾ ਫਰਾਇਡ ਹੈ ਉਹਦੇ ਅਕੋਰਡਿੰਗ ਇਦ ਕੀ ਹੈਗੀ ਆ, ਬਹੁਤ ਹੀ ਜਿੱਦੀ ਪਾਰਟ, ਬੱਚੇ ਦਾ ਬਹੁਤ ਹੀ ਜਿੱਦੀ ਵਾਲਾ ਹਿੱਸਾ, ਜਿਹੜਾ ਇਹ ਕਹਿੰਦਾ ਕਿ ਮੇਰੀ ਇੱਛਾ ਪੂਰੀ ਹੋਵੇ, ਬੇਸ਼ੱਕ ਉਹ ਗਲਤ ਤਰੀਕੇ ਦੇ ਨਾਲ ਹੋਵੇ। ਸੁਪਰ ਈਗੋ ਕੀ ਆ, ਬਹੁਤ ਜ਼ਿਆਦਾ ਸਿਆਣੀ, ਜਿਹੜੀ ਇਹ ਕਹਿੰਦੀ ਆ ਹਨਾ ਕਿ ਬਸ ਸੰਤੁਸ਼ਟੀ ਚਾਹੀਦੀ ਆ, ਉਹਦਾ ਤਰੀਕਾ ਅਨੈਤਿਕ ਨਹੀਂ ਹੋਣਾ ਚਾਹੀਦਾ। ਸੰਤੁਸ਼ਟੀ ਹਾਸਲ ਕਰਨ ਦਾ ਤਰੀਕਾ ਕੀ ਹੋਣਾ ਚਾਹੀਦਾ, ਨੈਤਿਕ, ਠੀਕ ਹੈ। ਕਿਹਦੇ ਅਕੋਰਡਿੰਗ, ਸੁਪਰ ਈਗੋ ਦੇ ਅਕੋਰਡਿੰਗ। ਤੇ ਜਿਹੜੀ ਇਹਨਾਂ ਦੋਨਾਂ ਦੇ ਵਿੱਚ ਬੈਲੈਂਸ ਕ੍ਰੀਏਟ ਕਰਦੀ ਆ ਉਹ ਕੀ ਹੈਗੀ ਆ ਸਾਡੇ ਕੋਲ, ਈਗੋ, ਠੀਕ ਹੈ ਜੀ, ਫਰਾਇਡ ਦੇ ਅਕੋਰਡਿੰਗ। ਅੱਗੇ ਆਪਣੇ ਕੋਲ ਕੁਐਸਚਨ ਹੈ, ਸਾਈਕੋ ਸੋਸ਼ਲ ਥਿਊਰੀ ਆਫ ਡਿਵੈਲਪਮੈਂਟ ਵਾਸ ਪ੍ਰਪੋਜ਼ਡ ਬਾਈ, ਕੀ ਨੇ ਮਨੋ ਸਮਾਜਿਕ ਸਿਧਾਂਤ ਦਿੱਤਾ? ਮਨੋ ਸਮਾਜਿਕ ਸਿਧਾਂਤ ਦਿੱਤਾ ਰਿਕਸਨ ਨੇ। ਰਿਕਸਨ ਨੇ ਇਹਦੀਆਂ ਟੋਟਲ 8 ਸਟੇਜਾਂ ਦੱਸੀਆਂ ਨੇ, ਠੀਕ ਹੈ। 8 ਸਟੇਜਾਂ ਦੱਸੀਆਂ ਨੇ ਜਿਹੜੀਆਂ ਤੁਹਾਡੇ ਨਾਲ ਸੰਬੰਧਿਤ ਨੇ, ਮਤਲਬ ਇਨਫੈਂਸੀ ਕਾਲ ਦੇ ਵਿੱਚ ਟਰਸਟ ਤੇ ਮਿਸਟਰਸਟ ਦੀ ਅਵਸਥਾ ਹੋਊਗੀ। ਜਿਹੜੀਆਂ ਅਰਲੀ ਚਾਈਲਡਹੁੱਡ ਦੇ ਵਿੱਚ ਬੱਚੇ ਦੀਆਂ 2 ਸਟੇजेस ਆ ਸਕਦੀਆਂ, ਇਨੀਸ਼ੀਏਟਿਵ ਵਰਸਸ
ਡਾਊਟ ਐਂਡ ਸ਼ੇਮ, ਜਾਂ ਫਿਰ ਤੀਜੀ ਆ ਸਕਦੀ ਹੈਗੀ ਆ, ਸੌਰੀ ਪਹਿਲੀ ਆਪਣੇ ਕੋਲ ਇਹਦੇ ਚ ਆ ਗਈ ਟਰਸਟ ਵਰਸਸ ਮਿਸਟਰਸਟ, ਦੂਜੀ ਆਪਣੇ ਕੋਲ ਆ ਜੂਗੀ ਟੌਨਮੀ ਵਰਸਸ ਸ਼ੇਮ ਐਂਡ ਡਾਊਟ, ਐਂਡ ਤੀਜੀ ਆ ਜੂਗੀ ਇਨੀਸ਼ੀਏਟਿਵ ਵਰਸਸ ਗਿਲਟ। ਠੀਕ ਹੈ ਜੀ, ਤਾਂ ਇੱਥੇ ਆਪਣੇ ਕੋਲ ਰਿਕਸਨ ਨੇ ਆ ਸਾਈਕੋ ਸੋਸ਼ਲ ਥਿਊਰੀ ਦਿੱਤੀ। ਬੱਚੇ ਦਾ 3 ਮਹੀਨੇ ਦਾ ਬੱਚਾ ਕੀ ਕਰ ਸਕਦਾ? ਜਦੋਂ ਬੱਚਾ 3 ਮਹੀਨੇ ਦਾ ਹੁੰਦਾ ਤਾਂ ਮੈਂ ਤੁਹਾਨੂੰ ਦੱਸਿਆ ਸੀ ਬੱਚਾ ਮੋਟਰ ਐਕਟੀਵਿਟੀ ਦੇ ਵਿੱਚੋਂ ਧੌਣ ਟਿਕਾਉਣ ਲੱਗ ਜਾਂਦਾ, ਸਮਾਈਲ, ਸੋਸ਼ਲ ਸਮਾਈਲ, ਬੱਚਾ ਸਮਾਈਲ ਵੀ ਦੇਣ ਲੱਗ ਜਾਂਦਾ, ਕੈਨ ਸਟੈਂਡ ਵਿਦ ਸਪੋਰਟ, ਬੱਚਾ ਕਿਸੇ ਦੀ ਸਪੋਰਟ ਦੇ ਨਾਲ ਸਟੈਂਡ ਕਰਨ ਲੱਗ ਜਾਂਦਾ। ਨਹੀਂ, ਇਹ ਥੋੜੀ ਲੇਟ ਦੀ ਅਵਸਥਾ, ਤਾਂ ਇਹਦਾ ਮਤਲਬ ਸਾਡੇ ਕੋਲ ਇੱਥੇ ਦੋ ਆਪਸ਼ਨਸ ਨੇ ਕਿ ਬੱਚਾ 3 ਮਹੀਨੇ ਦਾ ਬੱਚਾ ਕੀ ਕਰ ਸਕਦਾ ਹੈਗਾ। ਬੱਚਾ ਬੇਸਿਕਲੀ ਆਪਦੀ ਧੌਣ ਨੂੰ ਟਿਕਾਉਣ ਲੱਗ ਜਾਂਦਾ ਤੇ ਨਾਲ ਹੀ ਜਿਹੜੀ ਸੋਸ਼ਲ ਸਮਾਈਲ ਆ, ਇੱਕ ਮੁੱਖ ਦੇ ਉੱਪਰ ਜਿਹੜੀ ਸਮਾਈਲ ਹੈਗੀ ਆ ਆਪਦੇ ਘਰਦਿਆਂ ਨੂੰ ਦੇਖ ਕੇ ਜਾਂ ਕਿਸੇ ਨੂੰ ਵੀ ਦੇਖ ਕੇ, ਉਹ ਵੀ ਬੱਚਾ ਸ਼ੋ ਕਰਦਾ। ਠੀਕ ਹੈ ਜੀ, ਦੈਨ ਆਪਣੇ ਕੋਲ ਨੈਕਸਟ ਕੁਐਸਚਨ ਹੈ, ਆ ਚਾਈਲਡ ਕੈਨ ਡਰਾ ਟ੍ਰਾਇੰਗਲ, ਮਤਲਬ ਤ੍ਰਿਕੋਣ ਬਣਾ ਸਕਦਾ ਪਰ ਡਾਇਮੰਡ ਨਹੀਂ ਬਣਾ ਸਕਦਾ। ਇਹ ਕਿਹੜੀ ਏਜ ਦੇ ਨਾਲ ਰਿਲੇਟਡ ਆ? ਤੇ ਬੱਚੇ ਦੀ 5 ਸਾਲ ਦੇ ਵਿੱਚ ਨਾਲ ਸੰਬੰਧਿਤ ਆ, ਕਿਉਂਕਿ ਇਸ ਏਜ ਦੇ ਵਿੱਚ ਬੱਚਾ ਜਿਹੜਾ ਹੈਗਾ ਉਹ ਸਿੰਪਲ ਚੀਜ਼ਾਂ ਨੂੰ ਤਾਂ ਡਰਾ ਕਰ ਸਕਦਾ, ਪਰ ਜਿਹੜਾ ਡਾਇਮੰਡ ਹੈਗਾ ਉਹਦੀ ਸ਼ੇਪ ਥੋੜੀ ਕੰਪਲੈਕਸ ਹੁੰਦੀ ਹੈ, ਤੇ ਇਸ ਕਰਕੇ 5 ਸਾਲ ਦਾ ਬੱਚਾ ਇਹ ਨਹੀਂ ਕਰ ਸਕਦਾ। 10 ਸਾਲ ਤੱਕ ਉਹਨੂੰ ਡੈਫੀਨੇਟਲੀ ਆ ਜਾਊਗਾ। ਤਾਂ 3 ਸਾਲ ਦਾ ਬੱਚਾ ਹਜੇ ਪ੍ਰੋਪਰ ਪਿੰਸਰ ਗ੍ਰਿਪ ਵੀ ਹਾਸਲ ਨਹੀਂ ਕਰਦਾ, ਇਸ ਕਰਕੇ ਜਿਹੜਾ ਅਸੀਂ ਇਹ ਆਖਾਂਗੇ ਕਿ ਜਿਹੜਾ 5 ਸਾਲ ਦਾ ਬੱਚਾ ਹੈਗਾ ਉਹ ਟ੍ਰਾਇੰਗਲ ਬਣਾ ਸਕਦਾ, ਪਰ ਜਿਹੜੀ ਹੈਗੀ ਆ ਪ੍ਰੋਪਰ ਡਾਇਮੰਡ ਦੀ ਸ਼ੇਪ ਬਣਾਉਣਾ ਉਹਦੀ ਸਮਝ ਤੋਂ ਹਜੇ ਬਾਹਰ ਹੁੰਦਾ। ਐਟ ਬਰਥ ਵਿਚ ਪਾਰਟ ਆਫ ਚਾਈਲਡਸ ਬੋਡੀ ਇਜ਼ ਟਰੂਲੀ ਡਿਵੈਲਪਡ, ਤਾਂ ਜਦੋਂ ਬੱਚੇ ਦਾ ਬਰਥ ਹੁੰਦਾ ਤਾਂ ਉਹਦੀਆਂ ਸਭ ਤੋਂ ਜ਼ਿਆਦਾ ਜਿਹੜੇ ਡਿਵੈਲਪਡ ਪਾਰਟ ਹੁੰਦਾ ਉਹ ਕਿਹੜਾ ਹੁੰਦਾ? ਬ੍ਰੇਨ। ਠੀਕ ਹੈ, ਬ੍ਰੇਨ ਆ ਜਿਹੜਾ ਕੋਗਨੈਟਿਵਲੀ ਪੱਖ ਤੋਂ ਬੱਚਾ ਕਾਫੀ ਹੱਦ ਤੱਕ ਪਹਿਲਾਂ ਹੀ ਸ਼ੇਪ ਹੋ ਕੇ ਆਉਂਦਾ। ਠੀਕ ਹੈ, ਥੋੜਾ ਪੋਲਿਸ਼ ਜ਼ਰੂਰ ਹੁੰਦਾ ਬੱਚਾ, ਜੀ ਚੀਜ਼ਾਂ ਨੂੰ ਜ਼ਰੂਰ ਸਿੱਖਦਾ ਹੈਗਾ ਸੋਸਾਇਟੀ ਦੇ ਵਿੱਚੋਂ, ਇਨਵਾਇਰਨਮੈਂਟ ਦੇ ਵਿੱਚੋਂ, ਪਰ ਫਿਰ ਵੀ ਕਾਫੀ ਪੋਲਿਸ਼ ਆ ਜਿਹੜਾ ਉਹ ਸ਼ੁਰੂ ਦੇ ਵਿੱਚ ਹੀ ਹੋ ਕੇ ਆਉਂਦਾ। ਕਿਹਦੇ ਤੋਂ ਹੋ ਕੇ ਆਉਂਦਾ ਹੈਗਾ? ਆਪਦੀ ਹੈਰੀਡਿਟੀ ਤੋਂ। ਠੀਕ ਹੈ, 3 ਤੋਂ 4 ਸਾਲ ਦਾ 19ਵਾਂ ਕੁਐਸਚਨ ਆਪਣੇ ਕੋਲ, 3 ਤੋਂ 4 ਸਾਲ ਦਾ ਬੱਚਾ, ਬੱਚੇ ਦੀ ਸਪੀਡ। ਠੀਕ ਹੈ, 3 ਤੋਂ 4 ਸਾਲ ਦਾ ਬੱਚਾ ਮਤਲਬ ਕਿ ਅਸੀਂ ਕਹੀਏ ਅਰਲੀ ਚਾਈਲਡਹੁੱਡ ਦੇ ਵਿੱਚ ਬੱਚੇ ਦੀ ਰਫਤਾਰ, ਵਾਧੇ ਦੀ ਰਫਤਾਰ ਦਾ ਕੀ ਹੁੰਦਾ? ਸੇਮ ਐਜ਼ ਬਿਫੋਰ, ਪਹਿਲਾਂ ਵਰਗੀ ਹੁੰਦੀ ਆ। ਬਿਕਮ ਸਲੋ, ਬਿਲਕੁਲ ਸਹੀ, ਕਿਉਂਕਿ ਜਿਹੜੀ ਪਹਿਲੀ ਸਟੇਜ ਹੈ ਇਨਫੈਂਸੀ, ਉਹ ਗਰੋਥ ਦੇ ਪੱਖ ਤੋਂ ਬਹੁਤ ਜ਼ਿਆਦਾ ਤੇਜ਼ ਹੁੰਦੀ ਆ, ਫਿਜ਼ੀਕਲ ਡਿਵੈਲਪਮੈਂਟ ਦੇ ਪੱਖ ਤੋਂ ਬਹੁਤ ਜ਼ਿਆਦਾ ਤੇਜ਼ ਹੁੰਦੀ ਆ। ਉਸ ਤੋਂ ਬਾਅਦ ਥੋੜੀ ਸਲੋ ਹੋਣ ਲੱਗ ਜਾਂਦੀ ਹੈ। ਠੀਕ ਹੈ, ਮਤਲਬ ਇੱਥੇ 3 ਤੋਂ 4 ਕਹਿਣ ਦਾ ਮਤਲਬ ਕੀ ਹੈਗਾ ਕਿ ਅਰਲੀ ਚਾਈਲਡਹੁੱਡ, ਤੁਹਾਨੂੰ ਪਹਿਲਾਂ ਹੀ ਕਰਵਾਇਆ ਹੋਇਆ ਕੁਐਸਚਨ ਆ ਨਾ। ਅੱਗੇ ਹੈਗਾ ਰਿਕਸਨ ਅਨੁਸਾਰ ਸ਼ਿਸ਼ੂ ਕਾਲ, ਇਹ ਵੀ ਮੈਂ ਕਰਵਾ ਚੁੱਕੀ ਹਾਂ। ਰਿਕਸਨ ਦੀ ਥਿਊਰੀ ਕਿਹੜੀ ਸੀ? ਸਾਈਕੋ ਸੋਸ਼ਲ ਥਿਊਰੀ, ਤੇ ਉਹਨੇ ਜਿਹੜਾ ਸਾਡਾ ਪਹਿਲਾ ਕਾਲ ਸੀਗਾ, ਮਤਲਬ ਇਨਫੈਂਸੀ ਕਾਲ ਸੀ, ਉਹਨੂੰ ਕੀ ਕਿਹਾ ਸੀਗਾ? ਟਰਸਟ ਵਰਸਸ ਮਿਸਟਰਸਟ। ਇਹਦੇ ਵਿੱਚ ਬੱਚੇ ਦੇ ਵਿੱਚ ਜਾਂ ਤਾਂ ਵਿਸ਼ਵਾਸ ਪੈਦਾ ਹੋਊਗਾ ਆਪਦੇ ਕੇਅਰ ਟੇਕਰ ਦੇ ਲਈ, ਜਾਂ ਸਾਰੀ ਉਮਰ ਦੇ ਲਈ ਅਵਿਸ਼ਵਾਸ ਦੀ ਭਾਵਨਾ ਪੈਦਾ ਹੋ ਜਾਊਗੀ। ਇਨੀਸ਼ੀਏਟਿਵ ਵਰਸਸ ਗਿਲਟ ਆ ਜਿਹੜੀ ਬੱਚੇ ਦੇ ਵਿੱਚ 3 ਸਾਲ ਤੋਂ 6 ਸਾਲ ਤੱਕ ਦੀ ਅਵਸਥਾ। ਠੀਕ ਹੈ, 3 ਤੋਂ ਲੈ ਕੇ 6 ਸਾਲ ਤੱਕ ਬੱਚਾ ਜਿਹੜਾ ਹੈਗਾ ਪਹਿਲ ਕਦਮੀ ਕਰਕੇ ਸਿੱਖਣਾ ਸ਼ੁਰੂ ਕਰ ਦਿੰਦਾ। ਜੇ ਉਹਨੂੰ ਸਪੋਰਟ ਮਿਲਦੀ ਆ ਤਾਂ ਫਿਰ ਕੀ ਹੋਊਗਾ? ਉਹਦੇ ਲਈ ਇਨੀਸ਼ੀਏਟਿਵ ਦੀ ਅਵਸਥਾ ਆ ਜਾਊਗੀ, ਨਹੀਂ ਤਾਂ ਫਿਰ ਉਹ ਚ ਗਿਲਟ ਆ ਜਾਊਗਾ। ਇੰਡਸਟਰੀ ਵਰਸਸ ਇਨਫੀਰੀਅਰਿਟੀ ਦੀ ਅਵਸਥਾ ਜਿਹੜੀ ਹੈਗੀ ਆ ਉਹ 6 ਤੋਂ ਲੈ ਕੇ 12 ਸਾਲ ਤੱਕ ਬੱਚੇ ਦੇ ਵਿੱਚ ਪਾਈ ਜਾਂਦੀ ਹੈ। 6 ਤੋਂ ਲੈ ਕੇ 12 ਸਾਲ ਦੇ ਪੀਰੀਅਡ ਦੇ ਵਿੱਚ, ਮਤਲਬ ਜਦੋਂ ਉਹ ਮੇਨ ਸਟਰੀਮ ਸਕੂਲਾਂ ਦੇ ਵਿੱਚ ਜਾਊਗਾ, ਐਕੈਡੈਮਿਕ ਐਜੂਕੇਸ਼ਨ ਦੇ ਵਿੱਚ ਪ੍ਰਾਇਮਰੀ ਲੈਵਲ ਤੇ ਜਾਊਗਾ, ਤਾਂ ਉੱਥੇ ਜਿਹੜੇ ਬੱਚਿਆਂ ਦੇ ਵਿੱਚ ਇੰਡਸਟਰੀ, ਮਤਲਬ ਉਹ ਸੱਭਿਆਚਾਰਕ ਪੱਖ ਤੋਂ, ਸਮਾਜਿਕ ਪੱਖ ਤੋਂ, ਐਜੂਕੇਸ਼ਨ ਪੱਖ ਤੋਂ ਕਾਫੀ ਚੀਜ਼ਾਂ ਗ੍ਰਹਿਣ ਕਰਦਾ। ਠੀਕ ਹੈ, ਨੈਕਸਟ ਕੁਐਸਚਨ ਆਪਣੇ ਕੋਲ, ਹੂ ਇਜ਼ ਦਾ ਫਾਦਰ ਆਫ ਸਾਈਕੋਲੋਜੀ? ਸਾਈਕੋਲੋਜੀ ਦਾ ਪਿਤਾਮਾ ਕਿਹਨੂੰ ਆਖਿਆ ਜਾਂਦਾ ਹੈ? ਇਹ ਬੇਸਿਕ ਕੁਐਸਚਨ ਆ, ਤੁਹਾਨੂੰ ਸਾਰਿਆਂ ਨੂੰ ਹੀ ਆਉਂਦਾ ਹੋਊਗਾ। ਵੈਸੇ ਤੁਸੀਂ ਇੰਨੇ ਇੰਟੈਲੀਜੈਂਟ ਹੋ, ਜਿਹੜੇ ਕੁਐਸਚਨ ਮੈਂ ਤੁਹਾਨੂੰ ਕਰਾ ਰਹੀ ਹਾਂ ਮੈਨੂੰ ਪਤਾ ਕਿ ਤੁਹਾਨੂੰ ਆਉਂਦੇ ਹੀ ਹੋਣਗੇ ਕਾਫੀ ਹੱਦ ਤੱਕ, ਹਨਾ, ਕਿਉਂਕਿ ਤੁਸੀਂ ਕਾਫੀ ਜ਼ਿਆਦਾ ਪ੍ਰੈਕਟਿਸ ਕਰ ਰਹੇ ਸੀ ਪਹਿਲਾਂ ਤੋਂ ਹੀ, ਤੇ ਮੈਂ ਚਾਹੁੰਦੀ ਸੀ ਕਿ ਤੁਸੀਂ ਸ਼ੁਰੂ ਤੋਂ ਹੀ ਆਪਦੀ ਪ੍ਰੈਕਟਿਸ ਨੂੰ ਕੰਟੀਨਿਊ ਰੱਖੋ, ਕਿਉਂਕਿ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਕਿ ਆਪਾਂ ਕਿਸੇ ਹੋਰ ਤੋਂ ਪ੍ਰੈਕਟਿਸ ਨਹੀਂ ਕਰਨੀ। ਜਿੱਥੋਂ ਤੁਹਾਨੂੰ ਗੁੱਡ ਚੰਗੇ MCQs ਮਿਲਦੇ ਨੇ, ਡੈਫੀਨੇਟਲੀ ਪੜ੍ਹੋ ਲਿਖੋ, ਹਨਾ, ਜਿੱਥੋਂ ਵੀ ਤੁਹਾਨੂੰ ਕੰਟੈਂਟ ਅੱਛਾ ਮਿਲਦਾ। ਦੈਨ ਆਪਣੇ ਕੋਲ ਹੈ ਹੂ ਇਜ਼ ਦਾ ਫਾਦਰ ਆਫ ਸਾਈਕੋਲੋਜੀ? ਮਨੋਵਿਗਿਆਨ ਦਾ ਪਿਤਾਮਾ ਕੌਣ ਸੀ? ਤਾਂ ਮਨੋਵਿਗਿਆਨ ਦਾ ਪਿਤਾਮਾ ਕੌਣ ਹੈ? ਵਿਲੀਅਮ ਵੁੰਡ। ਠੀਕ ਹੈ, ਵਿਲੀਅਮ ਵੁੰਡ ਨੇ ਕੀ ਕੀਤਾ ਸੀਗਾ? ਲੀਪਿੰਗ ਦੇ ਵਿੱਚ ਪਹਿਲੀ ਲੈਬੋਰਟਰੀ ਸਥਾਪਿਤ ਕੀਤੀ ਸੀ। ਤੁਹਾਨੂੰ ਇਹ ਪਤਾ ਹੈ ਨਾ, ਜਰਮਨੀ ਲੀਪਿੰਗ ਦੇ ਵਿੱਚ ਪਹਿਲੀ ਲੈਬੋਰਟਰੀ ਸਥਾਪਿਤ ਕੀਤੀ ਸੀਗੀ, ਇਸ ਕਰਕੇ ਇਹਨੂੰ ਪਿਤਾਮਾ ਆਖਦੇ ਨੇ। ਵਾਟਸਨ ਕਿਹਦਾ ਪਿਤਾਮਾ ਹੈਗਾ? ਵਾਟਸਨ ਪਿਤਾਮਾ ਹੈ ਬਿਹੇਵੀਅਰਿਜ਼ਮ ਦਾ, ਵਿਵਹਾਰਵਾਦ ਦਾ। ਅਗਸਟ ਕੰਟੇ ਕਿਹਦਾ ਪਿਤਾਮਾ ਹੈਗਾ? ਸਮਾਜ ਸ਼ਾਸਤਰ ਦਾ, ਯਾਨੀ ਸੋਸ਼ੀਓਲੋਜੀ ਦਾ। ਦਾ ਚਾਈਲਡ ਪਿੰਸਰ ਗ੍ਰਾਸਪ ਬੱਚਾ ਕਦੋਂ ਅਟੇਨ ਕਰਦਾ? ਮਤਲਬ ਪਹਿਲੀ ਉਂਗਲ ਤੇ ਅੰਗੂਠੇ ਦੀ ਵਰਤੋਂ ਕਰਕੇ ਬੱਚਾ ਕਦੋਂ ਕਿਸੇ ਚੀਜ਼ ਨੂੰ ਫੜਨਾ ਸ਼ੁਰੂ ਕਰ ਦਿੰਦਾ? ਤਾਂ ਇਹ ਬੱਚੇ ਦੇ ਵਿੱਚ ਬੇਸਿਕਲੀ ਕਦੋਂ ਆਉਂਦੀ ਹੈਗੀ ਹੈ ਇਹ ਵਾਲੀ ਸਕਿੱਲ? 9 ਮੰਥ। ਠੀਕ ਹੈ, ਮੈਂ ਤੁਹਾਨੂੰ 9 ਕਰਾਈ ਸੀ, ਇੱਥੇ ਆਪਣੇ ਕੋਲ 10 ਆ।
ਇਹ ਚੀਜ਼ਾਂ ਧਿਆਨ ਦੇ ਵਿੱਚ ਰੱਖਿਓ। ਜਿੰਨੀਆਂ ਬੁੱਕਸ ਤੁਸੀਂ ਪੜ੍ਹੋਗੇ, ਜਿੰਨੀ ਜਗ੍ਹਾ ਦੇ ਉੱਪਰ ਤੁਸੀਂ ਕੁਐਸਚਨ ਅਟੈਂਪਟ ਕਰੋਗੇ, ਇਹ ਪੀਰੀਅਡ ਐਵਰੇਜ ਹੁੰਦੇ ਨੇ। ਜੇ ਮੈਂ ਇੱਥੇ 9 ਕਿਹਾ ਤਾਂ ਤੁਹਾਨੂੰ 9 ਦੇ ਆਸ-ਪਾਸ ਇੱਕ ਹੀ ਚੀਜ਼ ਦਿਖ ਰਹੀ ਆ, ਕਿਹੜੀ 10 ਮਹੀਨੇ। ਤਾਂ ਇਹਦਾ ਮਤਲਬ ਕੀ ਆ, 10 ਮਹੀਨੇ ਦਾ ਬੱਚਾ ਇੱਥੇ ਸਾਡੇ ਕੋਲ ਕੀ ਕਰਨ ਲੱਗ ਜਾਂਦਾ ਹੈਗਾ, ਅੰਗੂਠੇ ਤੇ ਉਂਗਲ ਦੀ ਵਰਤੋਂ ਕਰਕੇ ਚੀਜ਼ਾਂ ਨੂੰ ਫੜਨ ਲੱਗ ਜਾਂਦਾ। ਠੀਕ ਹੈ, ਇੱਥੇ ਐਗਜ਼ੈਕਟ ਜਿਹੜੀਆਂ ਚੀਜ਼ਾਂ ਨੇ, ਐਗਜ਼ੈਕਟ ਟਾਈਮ ਪੀਰੀਅਡ ਤੁਹਾਨੂੰ ਨਹੀਂ ਮਿਲਣਗੇ, ਪੇਪਰ ਦੇ ਵਿੱਚ ਵੀ ਥੋੜਾ ਹੇਰ-ਫੇਰ ਕਰਕੇ ਹੀ ਮਿਲਣਗੇ, ਪਰ ਤੁਹਾਨੂੰ ਜਿਹੜਾ ਡਿਫਰੈਂਸ ਹੋ ਇਹਨਾਂ ਦੇ ਵਿੱਚ ਸਮਝਣਾ ਪਊਗਾ। ਨੇੜ ਤੇੜ ਦਾ ਟਾਈਮ ਪੀਰੀਅਡ ਰੱਖਣਾ ਹੁੰਦਾ ਤੁਸੀਂ ਹਮੇਸ਼ਾ ਹੀ। ਠੀਕ ਹੈ, ਦੈਨ ਆਪਣੇ ਕੋਲ ਹੈਗਾ ਹੂ ਯੂਜ਼ਡ ਦਾ ਟਰਮ ਲੋਨ ਸਾਇੰਟਿਸਟ ਫॉर ਚਾਈਲਡ। ਲੋਨ ਸਾਇੰਟਿਸਟ ਮਤਲਬ ਕਿ ਛੋਟਾ ਨਿੱਕਾ ਜਿਹਾ ਵਿਗਿਆਨੀ। ਠੀਕ ਹੈ, ਕਿਹਨੇ ਕਿਹਾ ਬੱਚੇ ਨੂੰ, ਤਾਂ ਇਹ ਟਰਮ ਯੂਜ਼ ਕੀਤੀ ਸੀਗੀ ਜੀ, ਕਿਹਨੇ ਯੂਜ਼ ਕੀਤੀ ਆ, ਪਿਆਜੇ ਨੇ। ਤਾਂ ਪਿਆਜੇ ਦੇ ਅਕੋਰਡਿੰਗ ਇੱਕ ਬੱਚਾ ਜਿਹੜਾ ਹੈਗਾ ਲੋਨ ਸਾਇੰਟਿਸਟ ਆ, ਉਹ ਆਪਣਾ ਗਿਆਨ ਖੁਦ ਉਸਾਰਦਾ। ਠੀਕ ਹੈ, ਵਾਟਸਨ ਬਿਹੇਵੀਅਰਿਜ਼ਮ ਦਾ ਪਤਾਮਾ। ਨਾਲ ਹੀ ਵਾਟਸਨ ਨੇ ਵੀ ਕਿਹਾ ਸੀਗਾ ਕਿ ਤੁਸੀਂ ਮੇਰੇ ਕੋਲ ਕਿਸੇ ਵੀ ਤਰ੍ਹਾਂ ਦਾ ਬੱਚਾ ਦੇ ਜੋ, ਇਹ ਵੀ ਜਾਣਦੇ ਹੋਏ ਦੱਸ ਦਿਓ ਕਿ ਉਹਨੂੰ ਕੀ ਬਣਾਉਣਾ, ਮੈਂ ਉਹੀ ਬਣਾ ਦੇਵਾਂਗਾ। ਮਤਲਬ ਇਹਨਾਂ ਦੇ ਅਕੋਰਡਿੰਗ ਇਨਵਾਇਰਨਮੈਂਟ ਬੜਾ ਹੀ ਇੰਪੋਰਟੈਂਟ ਰੋਲ ਅਦਾ ਕਰਦਾ ਬੱਚੇ ਦੇ ਵਿਕਾਸ ਦੇ ਵਿੱਚ, ਸਾਰੇ ਬਿਹੇਵੀਅਰ ਵਾਦੀਆਂ ਦੇ ਅਨੁਸਾਰ। ਗਾਰਡਨਰ ਨੇ ਆ ਜਿਹੜਾ ਇੰਟੈਲੀਜੈਂਸੀ ਦੀਆਂ ਥਿਊਰੀਆਂ ਦਿੱਤੀਆਂ ਨੇ, 8 ਤਰ੍ਹਾਂ ਦੀ ਇੰਟੈਲੀਜੈਂਸੀ ਦੇ ਬਾਰੇ ਚ ਦੱਸਿਆ। ਠੀਕ ਹੈ, ਤੁਹਾਡੇ ਲਈ ਘੱਟ ਇੰਪੋਰਟੈਂਟ ਆ। ਅਕੋਰਡਿੰਗ ਟੂ ਬ੍ਰੌਨਫਨ ਬ੍ਰੈਨਰ ਦੇ ਅਕੋਰਡਿੰਗ, ਠੀਕ ਹੈ, ਬ੍ਰੌਨਫਨ ਬ੍ਰੈਨਰ ਦੇ ਅਕੋਰਡਿੰਗ ਚਾਈਲਡ ਲਰਨ ਬਾय ਡਾਇਰੈਕਟ ਇੰਟਰੈਕਸ਼ਨ ਵਿਦ ਇਮੀਡੀਏਟ ਇਨਵਾਇਰਨਮੈਂਟ। ਜੋ ਉਹਦਾ ਤੁਰੰਤ ਦਾ ਵਾਤਾਵਰਨ ਹੈਗਾ, ਤੁਰੰਤ ਕਿਹਦੇ ਸਿੱਧਾ ਸੰਬੰਧ ਚ ਕਿਹਦੇ ਚ ਆਉਂਦਾ, ਠੀਕ ਹੈ, ਜਿਹਦੇ ਨਾਲ ਵੀ ਉਹ ਸਿੱਧੇ ਸੰਬੰਧ ਦੇ ਵਿੱਚ ਆ ਕੇ ਸਿੱਖਦਾ। ਜਿਵੇਂ ਅਸੀਂ ਕਹੀਏ ਸਕੂਲ ਨੇ ਜਾਂ ਚਾਈਲਡ ਕੇਅਰ ਸੈਂਟਰਸ ਨੇ ਜਾਂ ਟੀਚਰ ਨੇ, ਠੀਕ ਹੈ, ਜਿਨ੍ਹਾਂ ਦੇ ਨਾਲ ਵੀ ਸਿੱਧੇ ਸੰਬੰਧ ਚ ਆਉਂਦਾ, ਮਦਰ ਫਾਦਰ ਨੇ, ਗੁਆਂਢੀ ਨੇ, ਤਾਂ ਉਹਨਾਂ ਉਹ ਜਿਹੜੀ ਹੈਗੇ ਉਹ ਸਾਰੇ ਕਿਹਦੇ ਕਿਹੜੇ ਸਿਸਟਮ ਦੇ ਵਿੱਚ ਆਉਣਗੇ, ਮਾਈਕਰੋ ਸਿਸਟਮ ਦੇ ਵਿੱਚ। ਅਸਲ ਦੇ ਵਿੱਚ ਬ੍ਰੌਨਫਨ ਬ੍ਰੈਨਰ ਨੇ 5 ਤਰ੍ਹਾਂ ਦਾ ਸਿਸਟਮ ਬੱਚੇ ਦੇ ਨਾਲ ਰਿਲੇਟਡ ਦੱਸਿਆ ਹੋਇਆ, ਜਿੱਥੋਂ ਬੱਚਾ ਸਿੱਖਦਾ ਨਾ, ਜਿਹਦੇ ਰਾਹੀਂ ਬੱਚਾ ਕੀ ਹੈ ਆਪਦੀ ਸਾਰੀ ਚੀਜ਼ ਨੂੰ ਵਾਤਾਵਰਨ ਦੇ ਵਿੱਚੋਂ ਸਿੱਖਦਾ। 5 ਤਰ੍ਹਾਂ ਦਾ। ਮਾਈਕਰੋ ਕੀ ਹੈ, ਜਿਹਦੇ ਨਾਲ ਬੱਚਾ ਡਾਇਰੈਕਟ ਸਿੱਧੇ ਸੰਬੰਧ ਦੇ ਵਿੱਚ ਆ ਕੇ ਸਿੱਖਦਾ। ਠੀਕ ਹੈ, ਮੀਜ਼ੋ ਹੈਗਾ ਜਿਹੜੇ ਉਹਦੇ ਕਰਕੇ ਸੰਬੰਧ ਬਣੇ ਹੁੰਦੇ ਆ, ਜਿਵੇਂ ਮਾਪਿਆਂ ਦਾ ਤੇ ਅਧਿਆਪਕ ਦਾ ਸੰਬੰਧ, ਉਹ ਮੀਜ਼ੋ ਦੇ ਵਿੱਚ ਆਉਣਗੇ। ਮੱਧਵਰਤੀ ਸੰਬੰਧ ਜਿਹੜੇ ਬੱਚੇ ਦੇ ਉੱਪਰ ਅਸਰ ਕਰਦੇ ਨੇ। ਠੀਕ ਹੈ, ਦੈਨ ਆਪਣੇ ਕੋਲ ਇਹਦੇ ਚ ਆ ਜਾਂਦਾ ਹੈਗਾ ਐਕਸੋ ਸਿਸਟਮ, ਬਾਹਰੀ ਸਿਸਟਮ ਆ, ਜਿੱਥੇ ਅਸੀਂ ਕਹੀਏ ਜਿੱਥੇ ਤੁਹਾਡੇ ਨਾਲ ਬਿਲਕੁਲ ਵੀ ਸਿੱਧਾ ਸੰਬੰਧ ਨਹੀਂ, ਆ ਸਿੱਧਾ ਸੰਬੰਧ ਆ ਤੁਹਾਡੇ ਮਾਪੇ ਕਿੱਥੇ ਕੰਮ ਕਰਦੇ ਨੇ ਉਹ ਜਗ੍ਹਾ। ਠੀਕ ਹੈ, ਜਾਂ ਸਾਡੇ ਕੋਲ ਆ ਜਾਂਦਾ ਹੈਗਾ ਮੈਕਰੋ। ਮੈਕਰੋ ਕੀ ਹੈਗਾ, ਕਲਚਰ ਤੇ ਸਾਡੀ ਨੇਸ਼ਨ ਵਾਈਡ ਜਾਂ ਪੂਰੇ ਜਿਹੜੇ ਸੱਭਿਆਚਾਰ ਦੀ ਜੋ ਜਿੱਥੇ ਵੀ ਅਸੀਂ ਰਹਿੰਦੇ ਹਾਂ, ਸੱਭਿਆਚਾਰ ਦੀ ਜੋ ਕੰਡੀਸ਼ਨ ਹੋਊਗੀ ਜੋ ਤੁਹਾਡੇ ਤੇ ਅਸਰ ਪਾਊਗੀ। ਠੀਕ ਹੈ, ਤਾਂ 5 ਤਰ੍ਹਾਂ ਦਾ ਜਿਹੜਾ ਇਹਨੇ ਦੱਸਿਆ ਹੋਇਆ। ਲਾਸਟ ਸੀਗਾ ਕ੍ਰੋਨੋ। ਠੀਕ ਹੈ, ਕ੍ਰੋਨੋ ਹੁੰਦਾ ਕ੍ਰਮ, ਬਦਲਾਵ। ਤਾਂ ਬਦਲਾਵ ਵੀ ਬੱਚੇ ਦੇ ਵਿਕਾਸ ਦੇ ਉੱਪਰ ਅਸਰ ਪਾਉਂਦੇ ਆ। ਇਹ ਸਭ ਚੀਜ਼ਾਂ ਤੁਸੀਂ ਕਰ ਚੁੱਕੇ ਹੋ ਮੇਰੇ ਨਾਲ। ਠੀਕ ਹੈ, ਇਨ ਵਿਚ ਸਟੇਜ ਆਫ ਡਿਵੈਲਪਮੈਂਟ ਚਾਈਲਡ ਸਟਾਰਟ ਕੰਟਰੋਲ देयर ਇਮੋਸ਼ਨ। ਕਿਸ ਅਵਸਥਾ ਦੇ ਵਿੱਚ ਬੱਚਾ ਆਪਦੇ ਇਮੋਸ਼ਨਸ ਨੂੰ ਕੰਟਰੋਲ ਕਰਨ ਲੱਗ ਜਾਂਦਾ, ਤਾਂ ਅਵਸਥਾ ਹੈਗੀ ਲੇਟਰ ਚਾਈਲਡਹੁੱਡ। ਮਤਲਬ ਜਦੋਂ ਤੱਕ ਬੱਚਾ ਤੁਹਾਡੇ ਕੋਲ ਰਹਿੰਦਾ, ਉਹਦੇ ਸੰਵੇਗ ਨੇ ਜਿਹੜੇ ਉਹ ਕੰਟਰੋਲ ਦੇ ਵਿੱਚ ਨਹੀਂ ਹੁੰਦੇ। ਹੂ ਸੈਡ ਦੈਟ ਫਰਸਟ ਸਾਈਕੋਲੋਜੀ ਲੌਸਟ ਇਟਸ ਸੋਲ। ਪਹਿਲਾਂ ਇਹਨੇ ਸਾਈਕੋਲੋਜੀ ਨੇ ਆਪਦੀ ਆਤਮਾ ਗਵਾਈ, ਫਿਰ ਲੌਸਟ ਇਟਸ ਮਾइंड, ਫਿਰ ਮਾइंड ਵੀ ਗਵਾਤਾ, ਫਿਰ ਚੇਤਨਤਾ ਦਾ ਕਨਸੈਪਟ ਆਇਆ ਉਹ ਵੀ ਗਵਾਤਾ, ਤੇ ਸਟਿਲ ਹੈ ਬਿਹੇਵੀਅਰ ਸੌਰਟ। ਹੁਣ ਅਸੀਂ ਇਹਨੂੰ ਕੀ ਆਖਦੇ ਆ ਕਿ ਵਿਵਹਾਰ ਆ। ਠੀਕ ਹੈ, ਵਿਵਹਾਰ ਦੇ ਨਾਲ ਸੰਬੰਧਿਤ ਆ। ਤੇ ਕਿਹਨੇ ਕਿਹਾ ਸੀ, ਵੁਡਵਰਥ ਦੇ ਨਾਲ। ਠੀਕ ਹੈ, ਤੁਹਾਨੂੰ ਸਭ ਪਤਾ ਪਲੂਟੋ ਹੋ ਗਏ, ਅਰਿਸਟੋਟਲ ਹੋ ਗਏ, ਇਹ ਮੰਨਦੇ ਸੀਗੇ ਕਿ ਸੋਲ ਆਤਮਾ ਦਾ ਅਧਿਐਨ ਆ, 16ਵੀਂ ਸਦੀ ਦੇ ਵਿੱਚ ਆਇਆ। 17ਵੀਂ ਸਦੀ ਦੇ ਵਿੱਚ ਮਾਈਂਡ ਦਾ ਕਨਸੈਪਟ ਆ ਗਿਆ, ਜੌਨ ਲੋਕੀ ਦੇ ਨਾਲ ਰਿਲੇਟਡ ਆ। ਲੌਸਟ ਕੌਨਸ਼ੀਅਸਨੈਸ, ਚੇਤਨਤਾ ਦਾ ਕਿਹਦੇ ਨਾਲ ਰਿਲੇਟਡ ਹੈਗਾ, ਵਿਲੀਅਮ ਵੁੰਡ ਦੇ ਨਾਲ, ਥੈਚਨਰ ਦੇ ਨਾਲ, ਵਿਲੀਅਮ ਜੇਮਸ ਦੇ ਨਾਲ। ਠੀਕ ਹੈ, ਤੇ ਬਿਹੇਵੀਅਰਿਸਟਿਕ ਦੇ ਵਿੱਚ ਕੌਣ ਨੇ, ਵਿਵਹਾਰਵਾਦੀ ਹੋ ਗਏ ਸਾਰੇ ਹੀ। ਠੀਕ ਹੈ, ਜਿਵੇਂ ਕੋਲਰ ਨਹੀਂ, ਆਪਾਂ ਇਹ ਕਹਾਂਗੇ ਕੋਲਰ ਇਨਸਾਈਟ ਦੇ ਨਾਲ ਰਿਲੇਟਡ ਆ। ਠੀਕ ਹੈ, ਜਾਂ ਅਸੀਂ ਕਹਿ ਸਕਦੇ ਹਾਂ ਥੋਰਨਡਾਈਕ ਹੋ ਗਿਆ, ਜਾਂ ਆਪਾਂ ਇਹ ਕਹਿ ਦਈਏ ਕਿ ਸਕਿਨਰ ਹੋ ਗਿਆ। ਠੀਕ ਹੈ, ਜਾਂ ਪੈਵਲਵ ਹੋ ਗਿਆ। ਇਹ ਸਾਰੇ ਹੀ ਕੀ ਨੇ ਆਪਣੇ ਕੋਲ ਵਿਵਹਾਰਵਾਦੀ, ਜਿਹੜੇ ਕਿ ਮੰਨਦੇ ਆ ਕਿ ਬੱਚੇ ਜਿਹੜਾ ਸਾਡੀ ਸਾਈਕੋਲੋਜੀ ਆ ਉਹ ਕਿਹਦੇ ਨਾਲ ਰਿਲੇਟਡ ਹੈ, ਸਾਡੇ ਵਿਵਹਾਰ ਦਾ ਅਧਿਐਨ ਕਰਨ ਦੇ ਨਾਲ ਸੰਬੰਧਿਤ ਹੈ। ਠੀਕ ਹੈ, ਦੈਨ ਆਪਣੇ ਕੋਲ who said that cognitive development is not the result of imitation but experiences। ਇਹ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਪਿਆਜੇ ਨੇ ਇਹ ਕਿਹਾ ਕਿ ਇੱਕ ਬੱਚਾ ਜਿਹੜਾ ਹੈਗਾ ਉਹ ਕਿੱਥੋਂ ਲਰਨ ਕਰਦਾ ਹੈਗਾ, ਅਨੁਭਵਾਂ ਦੇ ਰਾਹੀਂ ਲਰਨ ਕਰਦਾ, ਇਹਦੇ ਰਾਹੀਂ ਹੀ ਉਹ ਆਪਦਾ ਸਕੀਮਾ ਕ੍ਰੀਏਟ ਕਰਦਾ। ਠੀਕ ਹੈ, ਇਸੇ ਦੇ ਰਾਹੀਂ ਹੀ ਉਹ ਆਪਣੀ ਜਿਹੜੀ ਨੌਲੇਜ ਕੰਸਟਰਕਸ਼ਨ ਆ ਉਹ ਕਰਦਾ, ਕੋਗਨੈਟਿਵ ਵਿਕਾਸ ਕਰਦਾ। ਕੋਗਨੈਟਿਵ ਵਿਕਾਸ ਦੇ ਵਿੱਚ ਅਸੀਂ ਕਿਹੜੀ ਚੀਜ਼ ਨੂੰ ਟਰਮ ਕੋਗਨੈਟਿਵ ਡਿਵੈਲਪਮੈਂਟ ਦੇ ਵਿੱਚ ਕੀ ਐਡ ਕੀਤਾ ਜਾਂਦਾ, ਤੁਹਾਨੂੰ ਬਹੁਤ ਕਲੀਅਰ ਹੋਣਾ ਚਾਹੀਦਾ ਨਾ। ਤਾਂ ਕੋਗਨੈਟਿਵ ਡਿਵੈਲਪਮੈਂਟ ਦੇ ਵਿੱਚ ਕੀ ਐਡ ਹੁੰਦਾ ਜੀ, ਸਾਡੀ ਥਿੰਕਿੰਗ, ਸਾਡੇ ਇਮੈਜੀਨੇਸ਼ਨ, ਸਾਡੇ ਕਨਸੈਪਟਸ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਕਿਹਦਾ ਹਿੱਸਾ ਨੇ,
ਕੋਗਨੈਟਿਵ ਦਾ ਪਿਆਜੇ ਬਾਰੇ ਕੀ ਸਹੀ ਨਹੀਂ ਆ, ਕਹਿੰਦੇ ਪਿਆਜੇ ਸਵਿਟਜ਼ਰਲੈਂਡ ਤੋਂ ਸੀਗਾ ਤੇ ਉਹਨੇ ਜੈਨੇਟਿਕ ਮੀਮਾਂਸਾ ਦੇ ਨਾਲ ਸੰਬੰਧਿਤ ਆ, ਉਹ ਬਿਲਕੁਲ ਸਹੀ ਆ। ਸਵਿਟਜ਼ਰਲੈਂਡ ਤੋਂ ਸੀ, ਜੈਨੇਟਿਕ ਮੀਮਾਂਸਾ ਹੁੰਦੀ ਆ, ਜੈਨੇਟਿਕ ਮਤਲਬ ਵੰਸ਼ਾ ਅਨੁਮਾਨਿਤ, ਠੀਕ ਹੈ। ਐਪਿਸਟੈਮੋਲੋਜੀ ਹੁੰਦੀ ਆ ਗਿਆਨ, ਨੌਲੇਜ ਆਫ ਨੌਲੇਜ ਕਹਿ ਸਕਦੇ ਹਾਂ, ਜਾਂ ਆਪਾਂ ਕਿ ਸਾਇੰਸ ਆਫ ਨੌਲੇਜ ਕਹਿ ਸਕਦੇ ਹਾਂ, ਕਿ ਬੱਚਾ ਜਿਹੜਾ ਆਪਦੇ ਗਿਆਨ ਦੀ ਉਸਾਰੀ ਜਦ ਦੇ ਵਿੱਚ ਉਹਨੂੰ ਗੁਣ ਮਿਲੇ ਨੇ ਉਹਨਾਂ ਦੇ ਆਧਾਰ ਤੇ ਕਰਦਾ, ਵਾਤਾਵਰਣ ਚੋਂ ਨਹੀਂ ਕਰਦਾ, ਇਹਦਾ ਇਹ ਮਤਲਬ ਆ, ਠੀਕ ਹੈ। ਦਾ ਮੋਰਲ ਜਜਮੈਂਟ ਆਫ ਦਾ ਚਾਈਲਡ, ਇਹਦੀ ਬੁੱਕ ਆ, ਬਿਲਕੁਲ ਸਹੀ ਆ। ਸਿਮੀਲੇਸ਼ਨ, ਕੈਮੋਡੇਸ਼ਨ ਤੇ ਸਕੀਮਾ, ਇਹ ਥਿਓਰੈਟੀਕਲ ਨੋਸ਼ਨ ਵਰਤੀਆਂ ਤੁਹਾਨੂੰ ਕਲੀਅਰ ਹੋ ਚੁੱਕੀਆਂ ਹੋਣਗੀਆਂ, ਮੈਂ ਉੱਪਰ ਗੱਲ ਕਰ ਚੁੱਕੀ ਹਾਂ। ਨਵੀਂ ਜਾਣਕਾਰੀ ਪੁਰਾਣੀ ਦੇ ਵਿੱਚ ਹੀ ਮਿਕਸ ਕਰ ਦੇਣਾ ਕੀ ਆ ਸਿਮੀਲੇਸ਼ਨ, ਨਵੀਂ ਜਾਣਕਾਰੀ ਨਵਾਂ ਸਕੀਮਾ ਕ੍ਰੀਏਟ ਕਰਨਾ। ਕੈਮੋਡੇਸ਼ਨ ਤੇ ਸਕੀਮਾ ਕੀ ਹੁੰਦਾ, ਨੌਲੇਜ ਦੀ ਜਿਹੜੀ ਸਰਚਨਾ, ਜੋ ਤੁਸੀਂ ਦਿਮਾਗ ਦੇ ਵਿੱਚ ਨੌਲੇਜ ਨੂੰ ਕਲਾਸੀਫਾਈ ਕਰਕੇ ਰੱਖਦੇ ਆ, ਤਿੰਨੋਂ ਟਰਮ ਉਹਨੇ ਯੂਜ਼ ਕੀਤੀਆਂ। ਕਹਿੰਦੇ ਇਹਦੇ ਬਾਰੇ ਚ ਕੀ ਸਹੀ ਨਹੀਂ ਆ, ਤਾਂ ਸੋਸਾਇਟੀ ਹੈਜ਼ ਆ ਚਾਈਲਡ ਟੂ ਐਡਜਸਟ, ਸੋਸਾਇਟੀ ਹੈਲਪ ਕਰਦੀ ਹੈ, ਬਿਲਕੁਲ ਗਲਤ ਹੈ। ਇਹਨੇ ਇਹ ਨਹੀਂ ਕਿਹਾ ਕਿ ਸੋਸਾਇਟੀ ਬੱਚੇ ਦੀ ਐਡਜਸਟਮੈਂਟ ਦੇ ਵਿੱਚ ਹੈਲਪ ਕਰਦੀ ਹੈ, ਇਹਦੇ ਅਕੋਰਡਿੰਗ ਬੱਚਾ ਆਪ ਐਡਜਸਟ ਹੋਣ ਦੇ ਲਈ ਅਸਿਮੀਲੇਸ਼ਨ, ਕੈਮੋਡੇਸ਼ਨ ਇਹਨਾਂ ਚੀਜ਼ਾਂ ਦੀ ਵਰਤੋਂ ਕਰਦਾ। ਦੈਨ ਹੈਗਾ ਨॉन ਲਿਵਿੰਗ ਆਲਸੋ ਕੈਨ ਲਿਵ, ਜਿਹੜੀਆਂ ਨॉन ਲਿਵਿੰਗ ਚੀਜ਼ਾਂ ਨੇ, ਜਿਹੜੀਆਂ ਜੀਵਤ ਨਹੀਂ, ਜਿਹੜੀਆਂ ਸਾਹ ਨਹੀਂ ਲੈਂਦੀਆਂ, ਉਹ ਵੀ ਜਿਉਂਦੀਆਂ ਨੇ, ਇਹ ਕਰੈਕਟਰਿਸਟਿਕ ਆ। ਬੱਚਾ ਇੱਕ ਜਿਹੜੀ ਇਹ ਟਰਮ ਸੋਚਦਾ ਹੈਗਾ ਹਨਾ, ਨਿਰਜੀਵ ਚੀਜ਼ਾਂ ਦੇ ਵਿੱਚ ਜਾਣ ਸਮਝਦਾ, ਇਹਨੂੰ ਕੀ ਆਖਦੇ ਆ, ਤੇ ਇਹਨੂੰ ਆਖਿਆ ਜਾਂਦਾ ਹੈ ਜੀ ਐਨੀਮਿਜ਼ਮ। ਐਨੀਮਿਜ਼ਮ ਅਸਲ ਦੇ ਵਿੱਚ ਟਰਮ ਆ ਜਿਹੜੀ ਕਿ ਪਿਆਜੇ ਨੇ ਆਪਦੀ ਥਿਊਰੀ ਦੇ ਵਿੱਚ ਯੂਜ਼ ਕੀਤੀ ਆ। ਉਹਨੇ ਆਪਦੀ ਸੈਕਿੰਡ ਸਟੇਜ, ਕਿਹੜੀ ਸਟੇਜ ਸੀਗੀ, ਸੈਕਿੰਡ ਪ੍ਰੀ ਆਪਰੇਸ਼ਨਲ ਸਟੇਜ ਦੇ ਵਿੱਚ ਇਹ ਦੱਸਿਆ ਕਿ ਜਿਹੜੇ ਬੱਚੇ ਨੇ 2 ਤੋਂ ਲੈ ਕੇ 7 ਸਾਲ ਦੇ, ਉਹ ਨਿਰਜੀਵ ਚੀਜ਼ਾਂ ਦੇ ਵਿੱਚ ਜਾਣ ਸਮਝਣ ਲੱਗ ਜਾਂਦੇ ਆ, ਕੀ ਹੁੰਦਾ ਐਨੀਮਿਜ਼ਮ, ਠੀਕ ਹੈ। ਨਾਲ ਹੀ ਇਸ ਸਟੇਜ ਦੇ ਵਿੱਚ ਬੱਚੇ ਈਗੋਸੈਂਟ੍ਰਿਕ ਵੀ ਹੁੰਦੇ ਆ, ਸੈਕਿੰਡ ਸਟੇਜ ਦੇ ਵਿੱਚ ਬਿਲਕੁਲ ਸਹੀ ਆ, ਸਵੈ ਕੇਂਦਰਿਤ ਹੁੰਦੇ ਆ, ਸਿਮੂਲੇਸ਼ਨ ਦੇ ਰਾਹੀਂ ਸਿੱਖਦੇ ਆ। ਆਬਜੈਕਟ ਪਰਮਾਨੈਂਸ ਦਾ ਕਨਸੈਪਟ ਵੀ ਪਿਆਜੇ ਨੇ ਦਿੱਤਾ, ਪਰ ਇਹ ਕਦੋਂ ਹੁੰਦੀ ਆ ਆਬਜੈਕਟ ਪਰਮਾਨੈਂਸ, ਪਹਿਲੀ ਸਟੇਜ ਦੇ ਵਿੱਚ ਅਪਰੋਕਸ 10 ਮਹੀਨੇ ਦੇ ਆਸ-ਪਾਸ, ਠੀਕ ਹੈ। ਜਿਹੜਾ ਪੁਰਾਣਾ ਕਨਸੈਪਟ ਸੀ ਉਹਦੇ ਚ ਕੀ ਸੀਗਾ, ਪੁਰਾਣੀ, ਕਿਉਂਕਿ ਹਰ ਵਾਰੀ ਥਿਊਰੀਆਂ ਦੇ ਵਿੱਚ ਕੁਛ ਨਾ ਕੁਛ ਅਪਡੇਟ ਹੁੰਦਾ ਰਹਿੰਦਾ, ਤਾਂ ਜਿਹੜਾ ਐਨੀਮਿਜ਼ਮ ਆ ਉਹ ਵੈਸੇ ਤੁਹਾਡੇ ਲਈ ਟਾਈਮ ਪੀਰੀਅਡ ਬਿਲਕੁਲ ਵੀ ਇੰਪੋਰਟੈਂਟ ਨਹੀਂ ਆ, ਠੀਕ ਹੈ। ਤਾਂ ਇਹ ਦੂਜੀ ਸਟੇਜ ਦੇ ਨਾਲ ਸੰਬੰਧਿਤ ਆ, ਪ੍ਰੀ ਆਪਰੇਸ਼ਨਲ ਦੇ ਨਾਲ। ਈਗੋਸੈਂਟ੍ਰਿਕ ਵੀ ਦੂਜੀ ਸਟੇਜ ਦੇ ਨਾਲ ਸੰਬੰਧਿਤ ਆ, ਪ੍ਰੀ ਆਪਰੇਸ਼ਨਲ ਦੇ ਨਾਲ। ਆਬਜੈਕਟ ਪਰਮਾਨੈਂਸ ਕਿਹਦੇ ਨਾਲ ਸੰਬੰਧਿਤ ਆ, ਇਨਫੈਂਸੀ ਕਾਲ ਦੇ ਨਾਲ, ਠੀਕ ਹੈ ਜੀ, ਇਨਫੈਂਸੀ ਕਾਲ ਦੇ ਨਾਲ। ਵਿਚ ਆਫ ਫੋਲੋਇੰਗ ਰੋਂਗ ਅਬਾਊਟ ਚਮਸਕੀ, ਚਮਸਕੀ ਭਾਸ਼ਾ ਦੇ ਖੇਤਰ ਦੇ ਵਿੱਚ, ਬੱਚੇ ਦੀ ਲੈਂਗੁਏਜ ਡਿਵੈਲਪਮੈਂਟ ਦੇ ਖੇਤਰ ਵਿੱਚ ਬੜਾ ਹੀ ਇੰਪੋਰਟੈਂਟ ਨਾਮ ਆ, ਮੋਸਟ ਇੰਪੋਰਟੈਂਟ ਨਾਮ ਆ। ਇਹਨੇ ਕਿਹੜੀਆਂ ਚੀਜ਼ਾਂ ਆਖੀਆਂ ਤੇ ਉਹਨਾਂ ਦੇ ਵਿੱਚੋਂ ਕਿਹੜਾ ਇੱਥੇ ਜੋ ਲਿਖਿਆ ਗਿਆ ਉਹ ਗਲਤ ਆ। ਇਹਨੇ ਕਿਹਾ ਐਲਏਡੀ ਹੁੰਦੀ ਹੈ, ਐਲਏਡੀ ਕੀ ਹੁੰਦੀ ਹੈ, ਲੈਂਗੁਏਜ ਐਕੁਜੀਸ਼ਨ ਡਿਵਾਈਸ, ਜਿਹਦੇ ਰਾਹੀਂ ਬੱਚਾ ਆਪਣੇ ਆਪ ਭਾਸ਼ਾ ਨੂੰ ਐਕਵਾਇਰ ਕਰਦਾ। ਬਰੋਕਾ ਏਰੀਆ ਹੁੰਦਾ, ਬਿਲਕੁਲ ਸਹੀ ਆ, ਜਿਹਦੇ ਚ ਇਹ ਆਖਿਆ ਗਿਆ ਕਿ ਇੱਕ ਬੱਚਾ ਹੈਗਾ ਜਿਹੜਾ ਉਹ ਆਪਣੇ ਗਿਆਨ ਦੀ ਉਸਾਰੀ ਕਿੱਥੇ ਕਰਦਾ ਹੈਗਾ, ਬਰੋਕਾ ਏਰੀਆ ਦੇ ਵਿੱਚ, ਠੀਕ ਹੈ। ਵਰਨਿਕ ਏਰੀਆ ਕੀ ਹੈ, ਜਿੱਥੇ ਭਾਸ਼ਾ ਦਾ ਦੇ ਉਹ ਮੀਨਿੰਗ ਸਮਝਦਾ, ਇੱਥੇ ਉਸਾਰੀ ਕਰਦਾ ਬਰੋਕਾ ਏਰੀਆ ਦੇ ਵਿੱਚ, ਭਾਸ਼ਾ ਦੇ ਮੀਨਿੰਗ ਕਿੱਥੇ ਸਮਝਦਾ, ਵਰਨਿਕ ਏਰੀਆ ਦੇ ਵਿੱਚ, ਠੀਕ ਹੈ ਜੀ। ਤੇ ਅਗਲੀ ਚੀਜ਼ ਜਿਹੜੀ ਆਪਣੇ ਕੋਲ ਇੱਥੇ ਹੈਗੀ ਆ ਕਿ ਲੈਂਗੁਏਜ ਐਜ਼ ਅ ਪਿਓਰਲੀ ਬਾਇਓਲੋਜੀਕਲ, ਬਿਲਕੁਲ ਸਹੀ ਆ। ਇਹਦੇ ਅਕੋਰਡਿੰਗ ਭਾਸ਼ਾ ਸਿੱਖਣਾ ਜਨਮਜਾਤ ਆ, ਬੱਚੇ ਚ ਗੁਣ ਆ, ਕਾਦੇ ਕਰਕੇ, ਐਲਏਡੀ ਦੇ ਕਰਕੇ, ਬੱਚੇ ਦੇ ਵਿੱਚ ਐਲਏਡੀ ਆ, ਲੈਂਗੁਏਜ ਐਕੁਜੀਸ਼ਨ ਡਿਵਾਈਸ, ਇਸ ਕਰਕੇ ਭਾਸ਼ਾ ਬੱਚਾ ਆਪਣੇ ਆਪ ਸਿੱਖਦਾ ਰਹਿੰਦਾ। ਭਾਸ਼ਾ ਜਿਹੜੀ ਹੈਗੀ ਉਹ ਸਰਵਵਿਆਪੀ ਆ, ਯੂਨੀਵਰਸਲ ਆ, ਨਾਉਨ ਪ੍ਰਨਾਉਨ ਕਹਿੰਦੇ ਯੂਨੀਵਰਸਲ ਆ, ਇਹ ਸਾਰੀਆਂ ਚੀਜ਼ਾਂ ਵਿਆਕਰਨ ਯੂਨੀਵਰਸਲ ਆ ਇਹਦੇ ਅਕੋਰਡਿੰਗ। ਥਾਟ ਡਿਟਰਮਿਨ ਲੈਂਗੁਏਜ, ਇਹ ਬਿਲਕੁਲ ਗਲਤ ਆ, ਕਿਉਂਕਿ ਇਹ ਕਹਿੰਦਾ ਕਿ ਥਾਟ ਤੇ ਲੈਂਗੁਏਜ ਦੋਵੇਂ ਹੀ ਇੱਕ ਦੂਜੇ ਤੋਂ ਸੁਤੰਤਰ ਆ। ਜਿਹੜਾ ਥਾਟ ਡਿਟਰਮਿਨ ਲੈਂਗੁਏਜ ਕੇ ਵਿਚਾਰ ਲੈਂਗੁਏਜ ਨੂੰ ਪ੍ਰਭਾਵਿਤ ਕਰਦੇ ਆ, ਪਿਆਜੇ ਦਾ ਥਾਟ ਆ, ਨਾ ਕਿ ਚਮਸਕੀ ਦਾ, ਠੀਕ ਹੈ ਜੀ। ਇਹ ਸੀ ਸਾਡੀ ਅੱਜ ਦੀ ਕਲਾਸ। ਨੈਕਸਟ ਕਲਾਸ ਦੇ ਵਿੱਚ ਨਵੇਂ MCQs ਲੈ ਕੇ ਮਿਲਾਂਗੇ। ਹੋਪ ਤੁਸੀਂ ਆਪਦੀ ਅੱਛੀ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ। ਥੈਂਕ ਯੂ ਸੋ ਮਚ।